ਧੰਨ ਵਾਹਿਗੁਰੂ ਸਾਹਿਬ ਜੀਓ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। निमुख निमुख तुम ही प्रतिपालो, हम बारिक तुमरे धारे। जिहवा एक कवण गुण कहिए, बेशुमार बेअंत स्वामी। तेरो अंत न किन्हीं लहिए, कोट पराध हमारे खंडो। अनक विधि समझावो, हम अज्ञान अलप मत थोरी। तुम आपन बिरद रखावो। एक ओंकार सतनाम करता पुरख, निर्भौ निर्वैर अकाल मूरत। अजूनी सैभं गुर प्रसाद, भैरो महला पहला। भूंडी चाल चरण कर खिसरे, तुचा दे कुमलानी। नेतरी धुंध करन पै बहरे, मन मुख नाम न जानी। अंधले क्या पाया जग आए, राम हृदय नहीं गुर की सेवा। चाले मूल गवाए, अंधले क्या पाया जग आए। राम हृदय नहीं गुर की सेवा, चाले मूल गवाए। रहाओ जिहवा रंग नहीं हर राती, जब बोले तब फीके। संत जना की निंदा व्यापस, पशु भये कदे हुए नानी के। अमृत का रस विरली पाया, सतगुर मेल मिलाए। जब लग शब्द भेद नहीं आया, तब लग काल संताए। अन को दर कर कबू न जानस, एको दर सचियारा। गुर प्रसाद परम पद पाया, नानक कहे विचारा। अन को दर घर कबू न जानस, एको दर सचियारा। गुर प्रसाद परम पद पाया, नानक कहे विचारा। परम सन्मान योग गुरु प्यारी साध संगत जीओ, 3 रोज़ा गुरमत समागम जिस दे विच लगातार 2 शामां दे दीवान विच आपां सारिਆਂ ने हाज़री भरी है। अज तीसरे दीवान
ਜਿਸ ਵਿੱਚ ਆਪਾਂ ਸਾਰੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਬਹੁਤ ਪਿਆਰ ਨਾਲ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਜਿੱਥੇ ਸਰਵਣ ਕੀਤਾ ਹੈ ਉੱਥੇ ਨਾਲ ਨਾਲ ਸਕਰੀਨ ਤੇ ਆਪਣੇ ਨੇਤਰਾਂ ਨਾਲ ਸ਼ਬਦ ਦੇ ਦਰਸ਼ਨ ਵੀ ਕੀਤੇ ਨੇ। ਆਓ ਇਹ ਪਾਵਨ ਸ਼ਬਦ ਰਾਗ ਭੈਰੋ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 1126 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ, ਚਾਹੇ ਤੁਸੀਂ ਲਾਈਵ ਆਪਣੇ ਘਰਾਂ ਵਿੱਚ ਸਫ਼ਰ ਕਰਦਿਆਂ ਸਰਵਣ ਕਰ ਰਹੇ ਹੋ ਜਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੈਠ ਕੇ, ਦਰਬਾਰ ਦੇ ਅੰਦਰ ਬੈਠ ਕੇ ਸਰਵਣ ਕਰ ਰਹੇ ਹੋ, ਫਤਿਹ ਪ੍ਰਵਾਨ ਕਰੋ। ਬੜੇ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਬਾ ਕਮਾਲ ਹੈ। ਜਿਹੜੇ ਤੁਹਾਡੇ ਵਿੱਚ ਸਰੋਤੇ ਗੁਰਬਾਣੀ ਸਮਝ ਕੇ ਪੜ੍ਹਨ ਵਾਲੇ ਬੈਠੇ ਨੇ, ਉਹਨਾਂ ਦੇ ਗਿਆਤ ਵਾਸਤੇ, ਕਿਉਂਕਿ ਜਿਹੜੇ ਸਰੋਤੇ ਗੁਰਬਾਣੀ ਖੁਦ ਪੜ੍ਹਦੇ ਨੇ ਉਹਨਾਂ ਨੂੰ ਰੁਚੀ ਵੀ ਹੁੰਦੀ ਹੈ ਵੀ ਸਾਨੂੰ ਕੋਈ ਨਵੀਂ ਗੱਲ ਦਾ ਪਤਾ ਲੱਗੇ। ਦਰਸ਼ਨ ਵੀ ਦੋ ਕਿਸਮ ਦੇ ਨੇ। ਇੱਕ ਸਰੋਤਾ ਆਉਂਦਾ ਹੈ, ਨਮਸਕਾਰ ਕਰਦਾ ਹੈ, ਪ੍ਰਕਰਮਾ ਕਰਦਾ ਹੈ, ਦੇਖ ਲੈਂਦਾ ਤੇ ਚਲਾ ਜਾਂਦਾ ਹੈ। ਪਰ ਇੱਕ ਸਰੋਤਾ ਪਾਠ ਦਰਸ਼ਨ ਕਰਦਾ, ਜਿਹਨੂੰ ਆਪਾਂ ਕਹਿੰਦੇ ਪਾਠ ਦੁਆਰਾ ਦਰਸ਼ਨ ਕਰਨੇ, ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਇੱਕ ਅੱਧਾ ਅੰਕ ਰੋਜ਼ ਪੜ੍ਹਨਾ, ਸਮਝਣਾ ਕਿ ਸਾਨੂੰ ਸਤਿਗੁਰ ਨੇ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਦਾ ਅਸੀਂ ਪਾਠ ਕਰਦੇ, ਇੱਕ ਹੈ ਗੁਰਬਾਣੀ ਦਾ ਸ਼ੁੱਧ ਪਾਠ, ਦੂਜੇ ਨੇ ਉਸ ਤੋਂ ਬਾਅਦ ਉਸ ਸ਼ਬਦ ਦੇ ਅਰਥ, ਤੀਜੇ ਥਾਂ ਤੇ ਗੱਲ ਆਉਂਦੀ ਜਾ ਕੇ ਉਹਨਾਂ ਅਰਥਾਂ ਤੋਂ ਬਾਅਦ ਭਾਵ ਅਰਥ। ਜੇ ਤੁਸੀਂ ਭਾਵ ਅਰਥ ਨਹੀਂ ਸਮਝੋਗੇ ਗੱਲ ਕਲੀਅਰ ਨਹੀਂ ਹੋਏਗੀ। ਜਿਵੇਂ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਜੇ ਆਪਾਂ ਇਹਦੇ ਸਿੱਧੇ ਅਰਥ ਕਰੀਏ ਵੀ ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਂਕ ਹੈ ਤੇ ਸਿਰ ਤਲੀ ਤੇ ਰੱਖ ਕੇ ਆ, ਹੁਣ ਇੱਦਾਂ ਅਰਥ ਕਰ ਦਿੱਤੇ ਗੁਰਦੁਆਰੇ ਸੰਗਤ ਵਿੱਚ। ਤੁਹਾਨੂੰ ਕੋਈ ਦੂਜਾ ਸਵਾਲ ਕਰਦਾ ਵੀ ਕੀ ਰੱਬ ਨਾਲ ਪ੍ਰੇਮ ਕਰਨ ਦੀ ਕਸਵੱਟੀ ਇਹੋ ਹੀ ਆ ਵੀ ਮੈਂ ਆਪਣਾ ਸਿਰ ਵੱਢ ਕੇ ਤਲੀ ਤੇ ਰੱਖ ਕੇ ਆਵਾਂ, ਫੇਰ ਹੀ ਮੰਨਿਆ ਜਾਏਗਾ ਕਿ ਮੈਂ ਪਿਆਰ ਕਰਦਾ। ਜੇ ਮੈਂ ਇਹ ਕੰਮ ਨਹੀਂ ਕਰਦਾ ਫਿਰ ਮੰਨਿਆ ਨਹੀਂ ਜਾਏਗਾ ਮੈਂ ਪਿਆਰ ਨਹੀਂ ਕਰਦਾ। ਫਿਰ ਉੱਥੇ ਅੱਗੇ ਦੇ ਭਾਵ ਅਰਥ ਦੱਸੇ ਜਾਣਗੇ ਵੀ ਸਿਰ ਵੱਢਣ ਦਾ ਮਤਲਬ ਕੀ ਹੈ। ਉਹ ਫਿਰ ਭਾਵ ਅਰਥਾਂ 'ਚ ਆਏਗਾ ਕਿ ਸਿਰ ਤਲੀ ਤੇ ਰੱਖਣ ਦਾ ਮੀਨਿੰਗ ਹੈ ਇੱਕ ਸਿਰ ਆ ਹੈ, ਇੱਕ ਸਿਰ ਇਹਦੇ ਅੰਦਰ ਹੈ। ਉਹ ਕਿਹੜਾ ਹੈ? ਵਿਚਾਰਾਂ ਦਾ ਸਿਰ। ਇਹ ਸਿਰ ਤੇ ਸਾਰਿਆਂ ਦਾ ਝੁਕ ਜਾਂਦਾ ਹੈ। ਅਪਰਾਧੀ ਦੂਣਾ ਨਿਵੇਂ, ਜਿਹੜਾ ਅਪਰਾਧੀ ਹੈ ਸਿਰ ਤੇ ਉਹ ਵੀ ਝੁਕਾ ਦਿੰਦਾ ਹੈ। ਜਿਉਂ ਹੰਤਾ ਮਿਰਗਾਹੇ, ਜਿਵੇਂ ਹਿਰਨ ਨੂੰ ਮਾਰਨ ਵਾਸਤੇ ਸ਼ਿਕਾਰੀ ਕਈ ਕਿੱਲਿਆਂ ਤੱਕ ਉਹ ਧਰਤੀ ਤੇ ਰੇਂਗਦਾ ਜਾਂਦਾ ਹੈ, ਉਹ ਸਤਿਕਾਰ ਨਹੀਂ ਕਰਦਾ ਹਿਰਨ ਦਾ। ਉਹ ਦਾਤ ਹੈ ਵੀ ਕਦੋਂ ਮੈਂ ਹਿਰਨ ਦਾ ਨਿਸ਼ਾਨਾ ਲਾਵਾਂ। ਕਈ ਵਾਰੀ ਤੁਹਾਡੇ ਅੱਗੇ ਬਹੁਤਾ ਝੁਕਣ ਵਾਲਾ ਉਹ ਤੁਹਾਡਾ ਨਿਸ਼ਾਨਾ ਲਾਉਣ ਨੂੰ ਫਿਰਦਾ ਹੈ। ਸਾਨੂੰ ਲੱਗਦਾ ਉਹ ਮੇਰਾ ਸਤਿਕਾਰ ਕਰਦਾ ਹੈ, ਸਾਨੂੰ ਲੱਗਦਾ ਮੇਰਾ ਅਦਬ ਕਰਦਾ ਹੈ। ਹੁਣ ਬਾਣੀ 'ਚ ਕੀ ਲਿਖਿਆ ਹੈ? ਤੁਧਨੋਂ ਨਿਵਣ ਮੰਨਣ ਤੇਰਾ ਨਾਉ। ਕਈ ਆਪਣੇ ਪਰਿਵਾਰਾਂ 'ਚ ਵੇਖਿਓ ਤੁਸੀਂ, ਆਏ ਗਏ ਦੇ ਸਾਹਮਣੇ ਜ਼ਿਆਦਾ ਰਿਸਪੈਕਟ ਦੇਣੀ ਵੱਡਿਆਂ ਨੂੰ, ਬਜ਼ੁਰਗਾਂ ਨੂੰ, ਅੱਗੋਂ ਪਿੱਛੋਂ ਉਹਨਾਂ ਨੂੰ ਪੁੱਛਣਾ ਹੀ ਨਹੀਂ। ਕਿਸੇ ਦੇ ਆਏ ਗਏ ਦੇ ਸਾਹਮਣੇ ਲੰਮੇ ਪਈ ਜਾਣਾ ਤੇ ਉਹਦਾ ਬੁਲਾਉਣਾ ਹੀ ਨਾ। ਤੇ ਪਤਾ ਹੁੰਦਾ ਮਾਂ ਬਾਪ ਨੂੰ ਵੀ ਇਹ ਜਿੰਨਾ ਬਾਹਰੋਂ ਝੁਕਦਾ ਨਾ ਜਾਂ ਝੁਕਦੀ ਆ, ਇਹਦੇ ਅੰਦਰ ਉਹਨਾਂ ਅਦਬ ਬੋਲੋ ਜੀ ਨਹੀਂ ਹੈ। ਅਸਲ 'ਚ ਮੰਨਣਾ ਕੀ ਹੈ? ਤੁਧਨੋਂ ਨਿਵਣ ਮੰਨਣ ਤੇਰਾ ਨਾਉ। ਗੁਰੂ ਦੀ ਗੱਲ ਨੂੰ ਮੰਨਣਾ ਹੀ ਗੁਰੂ ਦੇ ਅੱਗੇ ਝੁਕਣਾ ਵਾ। ਹੁਣ ਇੱਕ ਬੱਚਾ ਕਾਹਲੀ 'ਚ ਆਪਣੇ ਪਿਤਾ ਦੇ ਲਾਗੋਂ ਦੀ ਲੰਘ ਕੇ ਕੰਮ ਤੇ ਜਾ ਰਿਹਾ, ਵੇਖਣ ਵਾਲੇ ਕਹੇ ਇਹਨੇ ਤੇ ਆਪਣੇ ਬਾਪ ਨੂੰ ਬੁਲਾਇਆ ਹੀ ਨਹੀਂ, ਪਰ ਬਾਪ ਨੂੰ ਪਤਾ ਇਹ ਮੇਰੇ ਸਾਈਂ ਜਿੰਦਾ,
ਵੇਖਣ ਵਾਲੇ ਨੂੰ ਤਾਂ ਇੰਝ ਲੱਗਾ ਵੀ ਜਿਵੇਂ ਬਾਪ ਨੂੰ ਇਹਨੇ ਬੁਲਾਇਆ ਹੀ ਨਹੀਂ, ਪਰ ਬਾਪ ਨੂੰ ਪਤਾ ਕਿ ਇਹ ਜਿੱਥੇ ਵੀ ਹੋਇਆ ਇਹਨੇ ਕੋਈ ਵੀ ਕੰਮ ਕਰਨਾ ਮੇਰੇ ਨਾਲ ਸਲਾਹ ਕਰਨ ਤੋਂ ਬਿਨਾਂ ਕੰਮ ਨਹੀਂ ਕਰਨਾ। ਤੇ ਆ ਜਿਹੜਾ ਮੇਰੀ ਗਾੜੀ ਜ਼ਿਆਦਾ ਲੰਮੇ ਪੈਂਦਾ ਇਹ ਮੈਨੂੰ ਟਿੱਚ ਵੀ ਨਹੀਂ ਜਾਣਦਾ। ਤੇ ਕਿਤੇ ਲੱਗਦਾ ਗੁਰੂ ਨਾਲ ਵੀ ਐਸਾ ਤਾਂ ਨਹੀਂ ਹੋ ਰਿਹਾ ਵੀ ਗੁਰੂ ਨੂੰ ਸੋਹਣੇ ਰਮਾਲੇ ਭੇਟ ਕਰ ਦੇਣੇ, ਗੁਰੂ ਅੱਗੇ ਭੇਟਾਵਾਂ ਤਰ੍ਹਾਂ ਤਰ੍ਹਾਂ ਦੀਆਂ ਰੱਖ ਦੇਣੀਆਂ, ਪਰ ਜਦੋਂ ਮੰਨਣ ਦੀ ਗੱਲ ਆਉਣੀ ਤਾਂ ਉਦੋਂ ਗੁਰੂ ਨੂੰ ਨਾ ਕਰ ਦੇਣੀ। ਹੁਣ ਪਾਤਸ਼ਾਹ ਜੀ ਇੱਥੇ ਜਿਹੜੀ ਗੱਲ ਕਰਦੇ ਬਾ ਕਮਾਲ ਹੈ ਕਿ ਤੁਧਨੋਂ ਨਿਵਣ ਮੰਨਣ ਤੇਰਾ ਨਾਉ, ਤੁਹਾਡੀ ਗੱਲ ਨੂੰ ਮੰਨਣਾ ਹੀ ਤੁਹਾਡੇ ਅੱਗੇ ਝੁਕਣਾ ਵਾ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਉਣ ਵਾਲੇ ਦਾ ਗਾਉਣਾ, ਸੁਣਨ ਵਾਲੇ ਦਾ ਸੁਣਨਾ, ਬੈਠਣ ਵਾਲੇ ਦਾ ਬੈਠਣਾ ਸਭ ਪ੍ਰਵਾਨ ਉਦੋਂ ਹੋਣਾ ਜਦੋਂ ਆਗਿਆ ਮੰਨੀ ਗਈ, ਜਦੋਂ ਗੱਲ ਮੰਨ ਲਈ। ਹੁਣ ਜਿਹੜੇ ਸ਼ਬਦ ਦਾ ਆਪਾਂ ਹੁਣੇ ਪਾਠ ਕੀਤਾ, ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਪਾਠ ਹੈ, ਉਸ ਤੋਂ ਬਾਅਦ ਉਹਦੇ ਅਰਥ ਨੇ, ਉਸ ਤੋਂ ਬਾਅਦ ਉਹਦੇ ਭਾਵ ਅਰਥ ਨੇ। ਹੁਣ ਗੁਰਬਾਣੀ 'ਚ ਗਊ ਕੋ ਚਾਰੇ ਸਾਰ ਦੂਰ, ਗਾਂ ਨੂੰ ਸ਼ੇਰ ਚਾਰਦਾ ਹੈ। ਅੱਛਾ ਮੰਨ ਲਓ ਜੇ ਸ਼ੇਰ ਗਾਵਾਂ ਚਾਰਦਾ ਵੀ ਹੋਏਗਾ, ਇਹ 'ਚੋਂ ਤੁਹਾਨੂੰ ਤੇ ਸਾਨੂੰ ਸਿੱਖਿਆ ਕੀ ਮਿਲੀ? ਉੱਥੇ ਫਿਰ ਭਾਵ ਅਰਥਾਂ 'ਚ ਆਏਗਾ। ਇੱਥੇ ਸ਼ੇਰ ਦਾ ਅਰਥ ਕੀ ਆ, ਗਾਵਾਂ ਦਾ ਕੀ ਅਰਥ ਆ? ਜਦੋਂ ਅਸੀਂ ਗੁਰਬਾਣੀ 'ਚੋਂ ਪੜ੍ਹਦੇ ਜਾਵਾਂਗੇ ਸਾਨੂੰ ਸਮਝ ਆਊਗੀ। ਲੈ ਲੈ ਕੋ ਚੁੰਗੇ ਨਿਤ ਭੇਡ, ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਰੋਲੇ ਨੀਰ, ਹਰੀ ਅੰਗੂਰੀ ਗਦਾ ਚਰੈ, ਨਿਤ ਉਠ ਹਾਸੈ ਹਿੰਗੇ ਮਰੈ, ਮਾਤਾ ਭੈਂਸਾ ਮੂੰਹਾਂ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕੋ। ਹੁਣ ਸਾਰਿਆਂ ਨੂੰ ਪਤਾ ਵੀ ਭੇਡ ਦਾ ਦੁੱਧ ਉਹਦਾ ਬੱਚਾ ਲੇਲਾ ਪੀਂਦਾ ਹੈ, ਪਰ ਭਗਤ ਕਬੀਰ ਜੀ ਕਹਿੰਦੇ ਇੱਥੇ ਕੰਮ ਉਲਟਾ ਹੋਇਆ ਪਿਆ, ਲੇਲੇ ਨੂੰ ਭੇਡ ਚੁੰਗ ਰਹੀ ਆ। ਫਿਰ ਕੀ ਲੇਲਾ ਕੌਣ ਹੈ? ਲੇਲਾ ਮਨ ਹੈ, ਭੇਡ ਉੱਥੇ ਮੱਤ ਹੈ। ਮੱਤ ਰੂਪੀ ਭੇਡ ਜਿਹਨੇ ਲੇਲੇ ਮਨ ਨੂੰ ਪਿੱਛੇ ਲਾਉਣਾ ਸੀ, ਕੰਮ ਉਲਟਾ ਹੋ ਗਿਆ। ਮੱਤ ਲੇਲੇ ਮਨ ਦੇ ਪਿੱਛੇ ਲੱਗੀ ਫਿਰਦੀ ਆ, ਜੋ ਮਨ ਕਹਿੰਦਾ ਉਹੀ ਮੱਤ ਕਰੀ ਜਾ ਰਹੀ ਆ। ਜਦੋਂ ਅਸੀਂ ਗੁਰਬਾਣੀ ਨੂੰ ਇੱਦਾਂ ਸਮਝਾਂਗੇ, ਸਾਨੂੰ ਪਿਆਰੀ ਲੱਗੇਗੀ ਬਾਣੀ, ਸਾਨੂੰ ਰਸ ਆਏਗਾ ਬਾਣੀ 'ਚੋਂ ਵੀ। ਏਡੀਆਂ ਕਮਾਲ ਦੀਆਂ ਗੱਲਾਂ ਸਤਿਗੁਰ ਨੇ ਬਾਣੀ 'ਚ ਲਿਖੀਆਂ ਸਾਡੇ ਲਈ। ਆਓ ਬੜੇ ਪਿਆਰ ਨਾਲ ਸ਼ਬਦ ਦੀਆਂ ਤੁਕਾਂ ਦਾ ਪਾਠ ਕਰੀਏ। ਅੰਦੁਲੇ ਹੁਣ ਸਮਾਜ ਵਿੱਚ ਅੰਨਾ ਕਿਹਨੂੰ ਕਹਿੰਦੇ ਨੇ ਭਲਾ? ਜਿਹਦੇ ਕੋਲ ਅੱਖਾਂ ਨਾ ਹੋਣ, ਜਿਹਨੂੰ ਦਿਸਦਾ ਨਾ ਹੋਵੇ, ਜਿਹਦੇ ਕੋਲ ਆਹ ਅੱਖਾਂ ਨਹੀਂ ਹੈਗੀਆਂ। ਪਰ ਬਾਣੀ ਮੁਤਾਬਕ ਉਹਨੂੰ ਨੇਤਰਹੀਣ ਨਹੀਂ ਕਿਹਾ ਜਿਹਦੇ ਫੇਸ 'ਤੇ ਅੱਖਾਂ ਹੈ ਨਹੀਂ। ਨਾ 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 ਨਾ, ਜਿਹਨੂੰ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਬਾਣੀ ਨੇ ਬਿਲਕੁਲ ਉਹਨੂੰ ਨੇਤਰਹੀਣ ਨਹੀਂ ਕਿਹਾ। ਜਿਹਨੂੰ ਅੱਜ ਤੱਕ ਐਨਕ ਵੀ ਨਹੀਂ ਲੱਗੀ, ਕਵੇ ਮੇਰੀ ਨਿਗਾਹ ਬੜੀ ਤੇਜ਼ ਆ, ਪਰ ਬਾਣੀ ਆਂਦੀ ਜੇ ਤੂੰ ਅਜੇ ਤੱਕ ਖਸਮ ਦੀ ਪਛਾਣ ਨਹੀਂ ਕੀਤੀ, ਤੇਰੇ ਤੋਂ ਵੱਡਾ ਨੇਤਰਹੀਣ ਦੂਜਾ ਹੋਣਾ ਹੀ ਕੋਈ ਨਹੀਂ। ਇਹ ਡੈਫੀਨੇਸ਼ਨ ਬਾਣੀ 'ਚ ਨੇਤਰਹੀਣ ਦੀ ਆ। ਆਓ ਆਪਾਂ ਬੜੇ ਪਿਆਰ ਨਾਲ ਸਤਿਗੁਰ ਦੀਆਂ ਇਹਨਾਂ ਪਾਵਨ ਪੰਕਤੀਆਂ ਦਾ ਪਾਠ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ ਜੀ, ਤਾਂ ਕਿ ਜਿਹੜੀ ਸੰਗਤ ਹੋਰ ਆ ਰਹੀ ਉਹਨਾਂ ਨੂੰ ਵੀ ਬੈਠਣ ਲਈ ਜਗ੍ਹਾ ਮਿਲ ਜਾਏ। ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ। ਭੈਣਾਂ ਨੂੰ ਬੇਨਤੀ ਹੈ, ਭੈਣੋ ਤੁਸੀਂ ਵੀ ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ, ਤਾਂ ਕਿ ਜਿਹੜੀ ਸੰਗਤ ਹੋਰ ਆ ਰਹੀ ਹੈ ਉਹਨਾਂ ਨੂੰ ਵੀ ਬੈਠਣ ਲਈ ਜਗ੍ਹਾ ਮਿਲ ਸਕੇ। ਸਾਰੇ ਪੜ੍ਹੋ ਇੱਕ ਵਾਰ। ਕਿਆ ਪਾਇਆ ਜਗ ਆਏ ਅੰਧਲੇ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ ਅੰਧਲੇ, ਕਿਆ ਪਾਇਆ ਜਗ ਆਏ। क्या पाया जग आए अंधले, क्या पाया जग आए, क्या पाया जग आए अंधले, क्या पाया जग आए। वाह वाह। राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा।
राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा। चाले मूल गवाए, 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 चाले मूल गवाए। क्या पाया जग आए अंधुले, क्या पाया जग आए, क्या पाया जग आए अंधले, क्या पाया जग आए। राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा, राम हृदय नहीं गुर की सेवा। चाले मूल गवाए, चाले मूल गवाए, चाले मूल गवाए, चाले मूल गवाए। आया लाहा लैन प्राणी तू, आया लाहा लैन, आया लाहा लैन प्राणी तू, आया लाहा लैन। लगा कित को फकड़े, लगा कित को फकड़े, लगा कित को पकड़े, लगा कित को पकड़े। सब मुकदी चली रहना, सब मुकदी चली रहना, सब बुद्धि चली रहना, सब बुद्धि चली रहना। क्या पाया जग आए अंधुले, क्या पाया जग आए, क्या पाया जग आए अंधले, क्या पाया जग आए। मन तू ज्योत स्वरूप है, मन तू ज्योत स्वरूप है, मन तुम जोश स्वरूप है, मन तुम जोश स्वरूप है। अपना मूल पछाण, अपना मूल पछाण, अपना मूल पछाणो, अपना मूल पछाणो। मन हर जी तेरे नाल है, मन हर जी तेरे नाल है, हर जी तेरे नाल है, मन हर जी तेरे नाल है। गुरमती रंग मान, गुरमती रंग मान, गुरमती रंगमान, गुरमती रंगमान। क्या पाया जग आए अंधुले, क्या पाया जग आए, पाया जग आए अंधले, क्या पाया जग आए। सतगुरु गुरु नानक साहब महाराज 1126 अंक है गुरु ग्रंथ साहब जी का। गुरुदेव फरमाਉਂਦੇ ਨੇ ਅੰਧੁਲੇ क्या पाया जग आए। इस जगत ਵਿੱਚ ਆ ਕੇ हे ਅੰਨੇ हे ਅੰਧੁਲੇ ਤੂੰ ਆਤਮਿਕ ਤੌਰ ਤੇ ਕੀ ਲਾਭ ਪ੍ਰਾਪਤ ਕੀਤਾ। ਬਾਕੀ ਤੇ ਬੜਾ ਕੁਝ ਪ੍ਰਾਪਤ ਕਰ ਲਿਆ ਤੂੰ, ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰ ਲਈ ਤੂੰ। ਹੁਣ ਸਵਾਲ ਪੈਦਾ ਹੋ ਗਿਆ ਜਿਵੇਂ ਪਹਿਲਾਂ ਆਰੰਭ 'ਚ ਕਹੀ ਵੀ ਜੇ ਤੇ ਸਮਾਜ ਵਿੱਚ ਅਸੀਂ ਅੰਧਲਾ ਨੇਤਰਹੀਣ ਉਹਨੂੰ ਕਹਿੰਦੇ ਜਿਹਨੂੰ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਤੇ ਜੇ ਇਹਦੇ ਅਰਥ ਇਹੋ ਹੀ ਨੇ, ਅੰਧਲੇ ਦੇ ਅਰਥ ਇਹੋ ਹੀ ਨੇ, ਤੇ ਫਿਰ ਤੇ ਸ਼ਬਦ ਉਹਨਾਂ ਤੇ ਢੁਕਦਾ ਜਿਨ੍ਹਾਂ ਨੂੰ ਦਿਸਦਾ ਨਹੀਂ। ਬਾਕੀ ਜਿਹੜੇ ਸੁਜਾਖੇ ਨੇ ਉਹ ਕਹਿਣਗੇ ਸਾਡੇ ਵਾਸਤੇ ਤੇ ਸ਼ਬਦ ਹੈ ਹੀ ਨਹੀਂ ਫਿਰ। ਪਰ ਜਿਹੜੀ ਇੱਥੇ ਡੈਫੀਨੇਸ਼ਨ ਪਰਿਭਾਸ਼ਾ ਅੰਧਲੇ ਦੀ ਗੁਰਬਾਣੀ ਵਿੱਚ ਦਿੱਤੀ ਆ ਉਹ ਸਮਝਣੀ ਬਹੁਤ ਜ਼ਰੂਰੀ ਹੈ। ਗੁਰੂ ਅੰਗਦ ਸਾਹਿਬ ਜੀ ਦਾ ਵਾਕ ਪੜ੍ਹੋ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਅੰਧੇ ਕਹਿ ਰਾਹ ਦੱਸਿਆ, ਅੰਧਾ ਹੋਏ ਸੋ ਜਾਏ। ਰਾਹ ਪੁੱਛਿਆ ਇੱਕ ਨੇਤਰਹੀਣ ਨੇ, ਤੇ ਦੱਸਣ ਵਾਲਾ ਵੀ ਨੇਤਰਹੀਣ ਸੀ ਤੇ ਪੁੱਛਣ ਵਾਲਾ ਵੀ ਨੇਤਰਹੀਣ ਸੀ। ਜਿਹੜਾ ਉਹਨੇ ਰਾਹ ਦੱਸਿਆ ਅੱਖਾਂ ਮੀਟ ਕੇ ਤੁਰ ਪਿਆ। ਪਰ ਜੇ ਰਸਤਾ ਗਲਤ ਹੋਏ ਸੁਜਾਖਾ ਨਾਨਕਾ, ਜਿਹੜਾ ਸੁਜਾਖਾ ਹੋਏਗਾ ਉਹ ਟੋਕ ਦੂਗਾ ਕਿ ਤੂੰ ਭਾਈ ਮੈਨੂੰ ਗਲਤ ਰਸਤੇ ਪਾ ਰਿਹਾ। ਸੋ ਕਿਉਂ ਉਜੜ ਪਾਏ। ਹੁਣ ਗੱਲ ਕਲੀਅਰ ਨਹੀਂ ਨਾ ਹੋਈ ਕਿ ਫਿਰ ਤੇ ਨੇਤਰਹੀਣ ਕੌਣ ਹੈ। ਅਗਲੀ ਤੋਕ ਪੜੋ।
अंधे ए ना आखियन, सारे बोलो, जिन मुख, मुख समझते हो फेस, मूँह, जिन्हां दे मुख ते लोएण है नहीं, अखां है नहीं, वो अन्ने नहीं है। गुरु अंगद साहब जी कहते हैं अंधे ए ना आखियन जिन मुख, फिर कौन आ महाराज अंधे? कहते अंधे से ही, सारे उच्ची बोलो, अंधे से ही केड़े भला खसमों कुथे जाहे, जेड़े खसम तो कुथे होए ने। अंधे ए ना आखियन जिन मुख लोएण नाहे, अंधे से ही नानका, अंधे कौन आ? खसमों कुथे जाहे, जेड़े खसम तो कुथे होए ने, बाणी उन्हां नूं अन्ना कहंदी है। जिन्हां कोल आ अखां है नहीं, बाणी उन्हां नूं नेत्रहीन अन्ना नहीं कहंदी। हुण ध्यान नाल सुणिओ, खसम कौन होना? वो केड़ा खसम आ जिहड़ा सिर्फ, वो केड़ा खसम आ जिहड़ा इन्हां अखां तो बिना भी दिस पैंदा? आओ बाणी चों पढ़ीए। सच सबना का, सच सबना का, सच रूपी खसम नूं वेखण लई भला इन्हां अखां दी लोड़ हैगी आ? वो भी अखां बाणी चों मिलणीਆਂ पा, जा बाणी आपां गुरबाणी चों पुछਣਾ महाराज वो अखां किहड़ीਆਂ? फिर कहते सच सबना का खसम है, सच सारिਆਂ ਦਾ खसम आ, ते सच रूपी खसम नूं वेखਣ ਲਈ इन्हां अखां दी लोड़ नहीं है। इन्हां अखां नाल ਅਸੀਂ दुनियादारी वेख सकते हैं, समाज वेख सकते हैं, रंग चिट्टा वेख सकते हैं, पीला वेख सकते हैं, हरिया है, बड़ा कुछ दुनिया ते वेख सकते हैं, पर वो अखां होर वा। वो भी गुरु अंगद साहब जी ने अपनी बाणी च लिखिया। दिसै सुनिए जानिए, कहते दिसदा भी आ, सुनिया भी आ, पर साओ ना पाया जाए, पर अजे तक स्वाद नहीं माणिया। जिवें तुहानूं कोई चीज़ सामने दिसदी भी होवे, तुसीं सुनी भी होवे, पर कभी उसका आनंद ना माणिया होवे, ते सवाल आऊगा ना भी कमाल की गल है, मैनूं दिस भी रही आ, सुन भी रहा वां, पर स्वाद क्यों नहीं आया, आनंद क्यों नहीं लिया भला मैं? सुने हुण, दिसै सुनिए जानिए, पर सौ ना पाया जाए, पता क्यों नहीं? कहते रहुला टुंडा अंदोला क्यों गल लगे ताए, कहते किदां गां हो के मिले, ये कोल तो लत्तां ही है नहीं। आपां कहांगे महाराज मैं तो इन्ने मील रोज़ तुरदा, तुसीं ने मेरे को लत्तां है नहीं। रहुला रहुला से जिहदे कोल लत्तां नहीं, टुंडा जिहदे कोल बाहां है नहीं। जिस समाज में टुंडा किहनूं कहने आपां? जिहदी एक अद्धी कोई बांह ना आपां कहने टुंडा, पर बाणी जिहदे कोल बांह है नहीं उहनूं टुंडा नहीं कहंदी। ना 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 ना, बाणी की डेफिनेशन अपनी आ। बाणी किहनूं कहंदी है टुंडा? सुनिओ, रहुला टुंडा अंदोला, कहंदे इहदे कोल तिन्ने चीज़ां है नहीं, वेखण वाली अख है नहीं, तुर लई इहदे कोल पैर है नहीं, ते जफ्फी पाउण लई गांह हो के इहदे कोल बाहां है नहीं। ये आंदा मैं रब पाउण तुरिया, तेरे कोल तिन्ने चीज़ां है नहीं बंदिया। महाराज ये कित्थों मिलदियां? कहंदे आओ अगली तुक पढ़ लो। भै के चरण, भै कहंदे ने डर नूं। अच्छा, जिहदे अंदर रब दा निर्मल भाव होऊ, वो चोरी कर लगे आसे पासे वेखो इत्थे कैमरा लगा कि नहीं लगा? बोल के दस्सिओ, उच्ची बोलो जी। जिहदे भै होऊगा उन्हें चोरी करनी नहीं, उन्हें कैमरा की करन वेखना? ਉਹਦੇ ਅੰਦਰ ਭੈ ਹੋਣਾ ਵੀ ਮੈਂ, ਜੇ ਮੇਰਾ ਮਾਲਕ ਮੇਰੇ ਸਟੋਰ ਮੇਰੀ ਜ਼ਿੰਮੇਵਾਰੀ ਦੇ ਕੇ ਗਿਆ, ਤੇ ਮੈਂ ਜਿੰਨੀ ਦੇਰ ਸਟੋਰ ਤੇ ਬੈਠਾ ਤੇ ਮੈਂ ਸਟੋਰ ਦਾ ਮਾਲਕ ਹਾਂ। ਜੇ ਮੈਂ ਗੱਡੀ ਚਲਾ ਰਿਹਾ, ਜੇ ਉਹਨੇ ਮੈਨੂੰ ਇੰਨਾ ਮਹਿੰਗਾ ਟਰੱਕ ਗੱਡੀ ਮੇਰੇ ਹਵਾਲੇ ਕੀਤੀ ਹੈ, ਤੇ ਮੇਰਾ ਫਰਜ਼ ਬਣਦਾ ਇਸ ਵਕਤ ਇਸ ਗੱਡੀ ਦਾ ਮਾਲਕ ਮੈਂ ਹਾਂ। ਇਹ ਜਿਹੜਾ ਭੈ ਆ ਨਾ, ਇਹ ਚਰਨ ਵਾ ਰੱਬ ਨੂੰ ਮਿਲਣ ਵਾਲੇ। तो फिर जो तेरे कोई पैर होए ना, एक याद रखी, अज तेरे को एक ट्रक है, पता नहीं कल तू किड्डियां वड्डियां ट्रांसपोर्टां का मालक भी बन सकता है। तो जे तू चरण गवा के बह गया भै वाले, फिर तू अगे नहीं वध सकता। ना 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 ना, क्योंकि बेईमानी बंदे नूं कदी अगे नहीं लिजा सकती। बेईमानी बंदे नूं सब बाहरी तौर पर तेनूं अमीर लगेगा, पर तेरा आत्म खेड़ा, जिहड़ी आत्म खुशी आ ना,
ਹੁਣ ਮੰਨ ਲਓ ਕਿਸੇ ਬੰਦੇ ਨੇ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਖੜਾ ਕੀਤਾ ਹੋਵੇ ਤੇ ਪੱਤਰਕਾਰ ਇੰਟਰਵਿਊ ਲੈਣ ਵਾਸਤੇ ਉਹਨੂੰ ਮਾਣ ਹੋਏਗਾ ਨਾ ਕਿ ਮੈਨੂੰ ਪੁੱਛ ਮੈਂ ਆਰੰਭ ਕਿੱਥੋਂ ਕੀਤਾ ਸੀ, ਮੈਨੂੰ ਮੀਡੀਆ ਸਾਹਮਣੇ ਪੁੱਛ ਮੈਂ ਸਭ ਤੋਂ ਪਹਿਲਾਂ ਕਾਰੋਬਾਰ ਕਿੱਥੋਂ ਸ਼ੁਰੂ ਕੀਤਾ ਸੀ। ਤੇ ਬੰਦੇ ਨੇ ਬੇਈਮਾਨੀ ਤੇ ਕੰਮ ਖੜਾ ਕੀਤਾ ਹੋਵੇ, ਸਮੈਕ ਵੇਚ ਕੇ, ਡਰੱਗ ਵੇਚ ਕੇ, ਧੰਦਾ 2 ਨੰਬਰ ਦਾ ਕੀਤਾ ਹੋਵੇ ਤੇ ਪੱਤਰਕਾਰ ਨੂੰ ਪੁੱਛੇ ਸ਼ੁਰੂ ਕਿੱਥੋਂ ਕੀਤਾ ਸੀ, ਬੋਲ ਕੇ ਦੱਸਿਓ। ਬੰਦਾ ਇੰਟਰਵਿਊ ਦੇਵੇਗਾ, ਬੋਲ ਕੇ ਦੱਸਿਓ ਜੀ, ਬੋਲੋ ਭਾਈ। ਬੰਦਾ ਕਹੇਗਾ ਭਾਈ ਪਰਾਂ ਜਾ, ਹੋਰ ਕੰਮ ਕਰ, ਤੂੰ ਰੋਟੀ ਖਾਣੀ ਦੱਸ ਕਿਹੜੇ ਰੈਸਟੋਰੈਂਟ 'ਚ ਖਾਣਾ ਕੋਈ, ਹੋਰ ਗੱਲਬਾਤ ਕਰ ਕੋਈ, ਮੇਰੇ ਨਾਲ ਇਸ ਵਿਸ਼ੇ ਤੇ ਗੱਲ ਨਾ ਕਰੀ। ਜਦੋਂ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ, ਉਹ ਚਾਹੁੰਦਾ ਕਿ ਮੈਂ ਕਿਸੇ ਨਾਲ ਆਪਣਾ ਇਹ ਕੰਮ ਸ਼ੇਅਰ ਕਰਾਂ, ਕਿਸੇ ਨਾਲ ਆਪਣੇ ਅੰਦਰ ਦੀ ਇਹ ਗੱਲ ਦੱਸਾਂ, ਗੱਲਬਾਤ ਕਰਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇੱਦਾਂ ਵੀ ਬੰਦਾ ਅੱਗੇ ਵੱਧ ਸਕਦਾ ਹੈ। ਹੁਣ ਇੱਥੇ ਸ਼ਬਦ ਵਰਤਿਆ ਭੈ ਕੇ ਚਰਨ, ਪਰਮੇਸ਼ਰ ਦੇ ਨਿਰਮਲ ਭਾਵ ਨੂੰ ਚਰਨ ਬਣਾ ਲਾ। ਹੁਣ ਆਪੋ ਬੜੇ ਅੰਦਰ ਧਿਆਨ ਮਾਰ ਕੇ ਵੇਖਿਓ ਕਿ ਸਾਡੇ ਕੋਲ ਇਹ ਪੈਰ ਹੈਗੇ ਆ ਰੱਬ ਦੇ ਰਸਤੇ 'ਤੇ ਤੁਰਨ ਵਾਲੇ। ਇੱਦਾਂ ਭਾਵੇਂ ਬੰਦੇ ਕੋਲ ਬਹੁਤ ਵਧੀਆ ਪੈਰ ਹੈਗੇ ਆ, ਪਰ ਉਹ ਕਿਹੜੇ ਪੈਰ ਜਿਹੜੇ ਰੱਬ ਦੇ ਰਸਤੇ 'ਤੇ ਤੁਰਨ ਵਾਲੇ ਆ? ਭੈ ਕੇ ਚਰਨ। ਕਰ ਭਾਵ ਕੇ, ਕਰ ਕਹਿੰਦੇ ਹੱਥਾਂ ਨੂੰ, ਭਾਵ ਕਹਿੰਦੇ ਪਿਆਰ ਨੂੰ ਹੱਥ ਬਣਾ ਲਾ। ਅੱਜ ਪਿਆਰ ਹੈਗਾ ਮਨੁੱਖ ਦੇ ਜੀਵਨ 'ਚ? ਹੈਗਾ ਵਾ। ਕੁੱਤੇ ਨਾਲ ਪਿਆਰ ਕਰ ਲੈਂਦਾ ਵਾ, ਜਾਨਵਰ ਨਾਲ ਪਿਆਰ ਕਰੀ ਜਾਂਦਾ ਵਾ, ਪਰ ਭਰਾ ਦੇ ਬੱਚਿਆਂ ਵੱਲ ਹੋਰ ਤਰ੍ਹਾਂ ਵੇਂਦਾ, ਉਹ ਕੈਰੀ ਜੀ ਅੱਖ ਨਾਲ। ਸਮਾਜ ਵੱਲ ਹੋਰ ਤਰ੍ਹਾਂ ਵੇਂਦਾ ਵਾ। ਜੇ ਤੁਸੀਂ ਘਰ 'ਚ ਕੁੱਕਰ ਰੱਖ ਕੇ, ਘਰ 'ਚ ਕੋਈ ਜਾਨਵਰ ਰੱਖ ਕੇ ਉਹਨੂੰ ਪਿਆਰ ਕੀਤਾ ਤਾਂ ਉਹ ਪਿਆਰ ਤੁਹਾਨੂੰ ਵਾਪਸ ਮੋੜਦਾ। ਇਨਸਾਨ ਨਾਲ ਪਿਆਰ ਕਰਕੇ ਵੇਖਾਂ ਭਲਾ। ਅੱਛਾ, ਪਿਆਰ ਤੇ ਮੋਹ 'ਚ ਇੱਕ ਫਰਕ ਹੁੰਦਾ। ਸਾਥ ਸੰਗਤ ਧਿਆਨ ਨਾਲ ਸੁਣਿਓ, ਮੋਹ ਤੇ ਪਿਆਰ 'ਚ ਕੀ ਫਰਕ ਆ ਭਲਾ? ਮੋਹ ਬੰਦੇ ਨੂੰ ਬੇਈਮਾਨੀ ਕਰਨ ਲਈ ਮਜਬੂਰ ਕਰਦਾ, ਤੇ ਪਿਆਰ ਕਹਿੰਦਾ ਵੰਡ ਜੋ ਕੁਝ ਹੈਗਾ ਤੇਰੇ ਕੋਲ। ਮੋਹ ਦੇ ਵਿੱਚ ਬੰਦਾ ਕਹਿੰਦਾ ਇਹਦੇ ਨਾਲ ਵੀ ਠੱਗੀ ਮਾਰ, ਇਹਨੂੰ ਵੀ ਲੁੱਟ, ਇਹਦਾ। ਅੱਛਾ, ਗੁਰਬਾਣੀ ਪੜ੍ਹਨ ਵਾਲੇ ਤੁਹਾਡੇ 'ਚ ਕਈ ਮੇਰੇ ਭਰਾ, ਮੇਰੀਆਂ ਭੈਣਾਂ, ਵੀਰ ਬੈਠੇ ਹੋਣੇ ਆ। ਮੋਹ ਨੂੰ ਸਾੜਨ ਬਾਰੇ ਬਾਣੀ 'ਚ ਲਿਖਿਆ, ਪਿਆਰ ਨੂੰ ਸਾੜਨ ਬਾਰੇ ਬਾਣੀ 'ਚ ਨਹੀਂ ਲਿਖਿਆ। ਜਾਲ ਮੋਹ ਨੂੰ ਜਾਲ ਦੇ, ਸਾੜ ਦੇ। ਜਾਲ ਮੋਹ ਘਸ ਮਸ ਕਰ, ਘਸ ਮੋਹ ਨੂੰ ਸਾੜ ਕੇ, ਘਸਾ ਕੇ ਨਾ, ਮਸ ਕਹਿੰਦੇ ਸ਼ਾਹੀ ਨੂੰ, ਇਹਦੀ ਸ਼ਾਹੀ ਬਣਾ ਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ, ਤੇ ਮਤ ਨੂੰ ਪੇਪਰ ਬਣਾ ਲਾ, ਕਾਗਦ। ਮਤ ਕਾਗਦ ਕਰ ਸਾਰ, ਭਾਉ ਕਲਮ, ਤੇ ਪਿਆਰ ਨੂੰ ਕਲਮ ਬਣਾ ਲਾ। ਅੱਗੇ ਪਿਆਰ ਆ ਗਿਆ ਨਾ, ਪਿਆਰ ਨੂੰ ਕਲਮ ਬਣਾ ਲਾ, ਮੋਹ ਨੂੰ ਸਾੜ ਦੇ। ਭਾਉ ਕਲਮ ਕਰ ਚਿੱਤ ਲਿਖਾਰੀ, ਚਿੱਤ ਨੂੰ ਲਿਖਾਰੀ ਬਣਾ ਲਾ। ਤੇ ਗੁਰ ਪੁੱਛ ਲਿਖ ਵਿਚਾਰ, ਬਾਬਾ ਇਹ ਲੇਖਾ ਲਿਖ ਜਾਣ। ਇਹ ਲੇਖਾ ਲਿਖੀ ਜਾ ਆਪਣੇ ਅੰਦਰ। ਇੱਥੋਂ ਸਮਝ ਆ ਗਈ? ਜਿਹੜੇ ਸਾਡੇ ਲੇਖ ਆ, ਅਸੀਂ ਖੁਦ ਆਪ ਲਿਖਦੇ ਹਾਂ, ਕੋਈ ਦੂਜਾ ਸਾਡੇ ਲੇਖ ਨਹੀਂ ਲਿਖਦਾ। ਜੇ ਕੋਈ ਡਾਕਟਰ ਬਣਿਆ, ਇੰਜੀਨੀਅਰ ਬਣਿਆ, ਤੇ ਉਹਨੇ ਲੇਖ ਆਪਣੇ ਅੰਦਰ ਆਪ ਲਿਖਿਆ ਕਿ ਮੈਂ ਇਹ ਕੰਮ ਕਰਨਾ ਸੀ। ਜੇ ਕੋਈ ਡਰੱਗੀ ਬਣਿਆ, ਨਸ਼ੇੜੀ ਬਣਿਆ, ਤੇ ਉਹਨੇ ਆਪਣੇ ਅੰਦਰ ਆਪਣੇ ਮਤ ਦੇ ਪੇਪਰ ਤੇ ਲਿਖਿਆ ਸੀ ਕਿ ਮੈਂ ਇੰਨਾ ਨਸ਼ਾ ਕਰਨਾ, ਤੇ ਕਰ ਰਿਹਾ ਬੰਦਾ। ਕਈ ਕਹਿਣਗੇ ਨਸ਼ਾ ਛੱਡ ਦੇ, ਕਹਿੰਦਾ ਛੱਡਣ ਨੂੰ ਤੇ ਬੜਾ ਜੀ ਕਰਦਾ, ਜਦੋਂ ਰੱਬ ਨੇ ਕਿਰਪਾ ਕੀਤੀ ਆਪੇ ਨਸ਼ਾ ਸਾਡੇ ਗਲੋਂ ਲੈ ਜਾਣਾ। ਦੱਸੋ ਭਲਾ ਇਹ ਕਿੱਦਾਂ ਪਤਾ ਲੱਗੂ ਜੀ ਰੱਬ ਦੀ ਕਿਰਪਾ ਕਰਤੀ ਸਾਡੇ ਤੇ? ਕਿਉਂ ਸਾਧ ਸੰਗਤ ਜੀ? ਕਿਰਪਾ ਤੇ ਹੋਈ ਪਈ ਆ, ਮਨੁੱਖਾ ਸਰੀਰ ਮਿਲਿਆ, ਇਹ ਤੋਂ ਵੱਡੀ ਕਿਸਮਤੀ ਕਿਹੜੀ? ਜੇ ਆਪਾਂ ਕਰਮਾਂ ਦੀ ਇੱਦਾਂ ਫਿਲਾਸਫੀ ਬਣੀਏ ਕਿ ਵੇਖੋ ਜੀ ਸਭ ਕੁਝ ਸਾਡੇ ਕਰਮਾਂ 'ਚ ਇੱਦਾਂ ਲਿਖਿਆ, ਫਿਰ ਜਿਹੜੇ ਨਸ਼ੇ ਵੇਚਦੇ ਆ, ਬੇਈਮਾਨੀਆਂ ਕਰਦੇ, ਉਹਨਾਂ ਕੋਲ ਤੇ ਬਹਾਨਾ ਬਹੁਤ ਤਕੜਾ ਹੈ। ਉਹ ਤੇ ਕਹਿ ਸਕਦੇ ਅਸੀਂ ਜਾਣ ਬੁੱਝ ਕੇ ਥੋੜ੍ਹਾ ਕਰਦੇ ਹਾਂ, ਉਹ ਤੇ ਪਰਮੇਸ਼ਰ ਨੇ ਸਾਡੀ ਕਿਸਮਤ 'ਚ ਲਿਖਿਆ ਕਿ ਅਸੀਂ ਨਸ਼ਾ ਵੇਚਣਾ ਵਾ, ਤੁਸੀਂ ਵੇਚ ਰਹੇ ਹੋ। ਫਿਰ ਤੇ ਉਹਨਾਂ ਕੋਲ ਬਹੁਤ ਵੱਡਾ ਬਹਾਨਾ ਹੈ। ਫਿਰ ਤੇ ਜਿਹੜਾ ਵੀ ਬੰਦਾ ਐਸਾ ਕੰਮ ਕਰਦਾ ਹੈ, ਉਹਦੇ ਕੋਲ ਤੇ ਬਹੁਤ ਵੱਡਾ ਬਹਾਨਾ ਵੀ ਜੇ ਮੈਂ ਅੱਜ ਪੁੱਠੇ ਰਸਤੇ ਪਿਆ, ਮੈਨੂੰ ਰੱਬ ਨੇ ਪੁੱਠੇ ਰਸਤੇ ਪਾਇਆ, ਜਦੋਂ ਚਾਹੇਗਾ ਮੈਨੂੰ ਸਿੱਧੇ ਰਸਤੇ ਪਾ ਦੇਵੇਗਾ। ਤੁਹਾਡੇ ਸਾਹਮਣੇ ਆ, ਬੰਦਾ ਆਪਣੇ ਕਰਮ ਖੁਦ ਆਪ ਲਿਖਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕੰਮਾਂ ਮੁਤਾਬਕ ਕੋਈ ਨੇੜੇ ਹੋ ਜਾਂਦਾ ਤੇ ਕੋਈ
दद्दै दोष न देऊं किसै, दोष करम मां अपनिया। अगे बोलो। जो मैं किया दोष न दीजै। अच्छा बाणी ते लिखिया किसी नूं दोषी क्यों ठहराउंदे हो? अच्छा जे तुहाडे घर लड़ाई होई है तो साडे अपने बहुते अपने घर की लड़ाई का जिम्मेवार भी दूजे नूं ठहराई जांदे आ। क्यों साध संगत जी? तुसी पति पत्नी भैन भरा एक घर च रहिंदे जे, कोई दूजा बंदा तुहाडे घर लड़ाई पा सकदा जे तुसी नहीं पवाउणा चाहुंदे ते? क्यों साध संगत जी? जे तुसी अपने घर लड़ाई नहीं पाउणा चाहुंदे, दूजा बंदा तुहाडे घर लड़ाई पा सकदा जी? वो बोलो प्यारिओ, नहीं पा सकदा ना। ਇਹਦਾ मतलब ਇਹ ਹੋਇਆ कि लड़ाई बंदे आप पाउणा चाहुंदा सी, रिश्तेदार साख संबंधियों का सिर्फ बहाना बन गया। हुण गुरु साहब जी ने कितना प्यारा नुकता, कितनी प्यारी विचार दे के सानू समझाया, कितना प्यारा ख्याल दिता सानू। हुण इत्थे गल आई भै के चरना, ध्यान नाल सुणो तां गल समझ पै जे साध संगत जी। इत्थों तो तुसीं घर नूं जाओ, तुहानूं विचारां चेते रहण भी गुरु साहब जी ने किहड़े शब्द किहड़े सलोक दी आपां विचार कीती है। हुण गल समझ आ गई। किहड़े चरण? भै के चरण। परमेश्वर दा निर्मल भाव जीवन च रखना, ये रब दे रस्ते ते तुरन वाले की आ पैर। भै के चरण कार भाव के कर कहंदे हत्थां नूं, प्यार नूं हत्थ बना ला। लोएण सुरत करे, लोएण अपनी सुरत नूं अखां बना लो। तो हुण दसो नेत्रहीन बंदे कोल सुरत हुंदी है ना, तो फिर उहदे कोल अखां ते हैगियां सच वेखण वालियां। सुरत रूपी अख। लोएण सुरत करे नानक कहे सियाणीऐ, इव कंत मिलावा। सारे बोलो साथ संगत, मैं स्क्रीन ते आ रहा नाल नाल बोलो। नानक कहे एवं, एक बारी दोबारा स्क्रीन ते श्लोक लिया दो जी, एक बारी सारे ध्यान दिओ। दिसै सुनिए जानिए साओ ना पाया। कहते दिसदा भी आ सुनिया भी आ, पर साओ ना स्वाद नहीं जानिया जे। पता क्यों नहीं जानिया? कहते रौला टुंडा। रौला कहते ये कोल तो पैर ही है नहीं, टुंडा ये कोल तो बांह ही है नहीं, अंधोला ये कोल तो अखां ही है नहीं। क्यों गल लगे? तुरली पैर चाहिए आ, वेखण लई अखां चाहिदियां, गल वकड़ी पाउण लई गड़ी बाहां चाहिदियां, ये कोल तो तिन्ने चीज़ां है नहीं। महाराज कहते, महाराज ये कित्थों मिलदियां? कहते आओ दसीए। भै के चरना। अच्छा कमाल की गल देखो, समाजिक तौर पर अपने खेतीबाड़ी करते हैं, किसी की बांह वड्डी जाती है, कई बारी ये साडा नुकसान हो सकता, कि एक्सीडेंट लत्त कट्टी गई, बांह कट्टी गई हुंदा। पर आ जिहड़ियां तिन्ने चीज़ां ने ना, इस पक्षों ना कोई अन्ना हो सकता, ना कोई लंगड़ा हो सकता, तो ना कोई टुंडा हो सकता। क्यों? क्योंकि ये सारा मटीरियल साडे अंदर पिया। दुनिया का हर बंदा जे चाहे कहे मैं सारी जिंदगी नेत्रहीन होकर जिंदगी नहीं जिउणी, मैं सुजाखा होकर जिउणी है, उहदे वास्ते की आ कि मैनू अपनी जिंदगी सुरत रूपी अखां रखनियां पैणगियां। भै के चरण, परमेश्वर के निर्मल भाव नूं पैर बना लो। तो निर्मल भाव की भला? हर काम कर लग्या ये सोचो कि मैनू इत्थे कोई वेख रहा वा। परमेश्वर के निर्मल भाव च रहो। हुण तुसीं जदों मैं कहना इन्हां कंट्रियां च बाणी दे नियम समझने किन्ने सौखे ने। जो तुहाडी गड्डी रैड बत्ती ते खलोंदी है, कई बारी दूजे पासों कोई गड्डी नहीं आ रही होंदी, पर तुसीं क्यों खिलारदे जे? एक अंदर एक निर्मल भाव आ ना, वो किहड़ा भाव आ कि जे मैं किते रैड बत्ती क्रॉस करती, अगे हुण तुसीं बोल दो, पता तुहानूं हैगा ही। हाँ जी, हाँ बस अपने हुण वो निर्मल भाव च तुरना आ गया ना, पता लग गया ना। हुण भावें वो डर करके करते हैं, हौली हौली वो बंदा कहता नहीं ये हुण आदत पा ली, मैं काम करना ही नहीं बस। तो जे आप बाकी कामों वास्ते भी इदां आदत पा लीए। मैं एग्जाम्पल देने लगा सौखी जी।
ਅੱਜ ਤੱਕ ਕੋਈ ਸਿਆਣਾ ਬੰਦਾ, ਕੋਈ ਸਿਆਣਾ ਬੰਦਾ ਜਿੰਨੇ ਵੀ ਆਪਾਂ ਬੈਠੇ ਹਾਂ, ਆਪਣੇ ਘਰ ਦੀ ਕੰਧ 'ਤੇ ਕਦੀ ਕੋਈ ਬਿਨਾਂ ਵਜ੍ਹਾ ਲਕੀਰ ਫੇਰਦਾ ਹੀ ਤਾਂ, ਲੈਣ ਫੇਰਦਾ ਹੀ ਤਾਂ, ਕਿਉਂ ਭਲਾ? ਪਤਾ ਵੀ ਇਹ ਕੰਧ ਘਰ ਦੀ ਸਾਡੀ ਆਪਣੀ ਦੀਵਾਰ ਆਪਣੀ ਆ। ਕਦੇ ਆਪਣੇ ਘਰ ਦੇ ਸੋਫੇ ਜਾਂ ਆਪਣੇ ਘਰ ਦੀ ਬੈੱਡ ਸ਼ੀਟ ਨੂੰ ਪਾੜਨ ਦੀ ਕੋਸ਼ਿਸ਼ ਕਰਦਾ? ਜਿੰਨੀਆਂ ਵੀ ਸਾਂਝੇ ਸਾਡੇ ਵਾਸ਼ਰੂਮ ਹੁੰਦੇ ਨੇ, ਭਾਵੇਂ ਉਹ ਗੁਰਦੁਆਰੇ ਦੇ ਹੋਣ, ਭਾਵੇਂ ਉਹ ਰੇਲਵੇ ਸਟੇਸ਼ਨ ਦੇ ਹੋਣ, ਸਕੂਲ ਦੇ ਹੋਣ, ਇੱਦਾਂ ਬਾਜ਼ ਕੱਢਣਗੇ ਤੇ ਬੱਸ ਦੀ ਸੀਟ 'ਚ ਫਿਰੀ ਜਾਣਗੇ। ਇੱਦਾਂ ਉੱਚੀ ਬੋਲ ਕੇ ਦੱਸਿਓ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕਈਆਂ ਨੂੰ ਆਦਤ ਹੁੰਦੀ ਕਿ ਨਹੀਂ ਹੁੰਦੀ। ਆਪਾਂ ਐਗਜ਼ਾਮਪਲ ਦਿੰਦਾ, ਹੁਣ ਮੰਨ ਲਓ ਆਪਾਂ ਆਪਣੇ ਘਰ 'ਚ ਕੋਈ ਚੀਜ਼ ਖਾਧੀ ਹੋਵੇ ਤਾਂ ਆਪਾਂ ਸਭ ਤੋਂ ਪਹਿਲਾਂ ਹੱਥ ਧੋਂਦੇ ਹਾਂ ਵੀ ਮੇਰੇ ਹੱਥ ਨੂੰ ਲੱਗੀ ਚੀਜ਼ ਮੇਰੀ ਜਿੱਥੇ ਮੈਂ ਸੋਫੇ 'ਤੇ ਬਿਠਾ ਨਾ ਲੱਗੇ। ਤੇ ਕਈ ਵਾਰੀ ਬੰਦਾ ਕਿਸੇ ਦੇ ਘਰ ਖਾਧੀ ਹੋਵੇ ਚੀਜ਼, ਉਹ ਹੱਥ ਆਪਣੇ ਘਰ ਸਾਫ਼ ਕਰ ਲੈਣੇ ਆ, ਅਗਲੇ ਦੇ ਘਰ ਖਾ ਕੇ ਨਾਲੇ ਸੋਫੇ 'ਤੇ ਉੱਠ ਜਾਣਾ, ਨਾਲੇ ਸੋਫੇ ਨਾਲ ਮਲ ਦੇਣੇ। ਇੱਦਾਂ ਮੈਂ ਪਹਿਲਾਂ ਮਾਫੀ ਮੰਗ ਲਾ, ਸਾਰਿਆਂ 'ਤੇ ਨਹੀਂ ਢੁਕਦੀਆਂ, ਪਰ ਕਈ ਇੱਦਾਂ ਕਰਦੇ ਕਿ ਨਹੀਂ ਕਰਦੇ? ਬੋਲ ਕੇ ਦੱਸਿਓ। ਕਿਉਂਕਿ ਪਤਾ ਇਹ ਸੋਫਾ ਕਿਹੜਾ। ਆਹ ਗੁਰਦੁਆਰੇ ਦੀਆਂ ਕਈ ਚਾਦਰਾਂ ਤੁਸੀਂ ਵੇਖੋ ਕਿੱਦਾਂ ਥੱਬੇ ਲੱਗੇ ਹੁੰਦੇ ਆ, ਨਾਲੇ ਦੇਖ ਖਾ ਲੈਣੀ। ਆਹ ਤਾਂ ਸ਼ੁਕਰ ਆ ਵੀ ਟਿਸ਼ੂ ਪੇਪਰ ਦਿੰਦੇ ਇੱਥੇ, ਵੀ ਬੰਦਾ ਥੋੜ੍ਹਾ ਆਪਣੇ ਹੱਥ ਨੂੰ ਇੱਦਾਂ ਸਾਫ਼ ਕਰ ਲਵੇ ਵੀ ਤੁਸੀਂ ਭਾਈ ਇਹ ਇਸੋਂ ਦੀ ਚਾਦਰ ਨੂੰ ਖਰਾਬ ਨਾ ਕਰੋ, ਇਹ ਤੁਹਾਡੀ ਆਪਣੀ ਆ। ਹੁਣ ਇਹ ਗੱਲਾਂ ਬਹੁਤ ਛੋਟੀਆਂ, ਪਰ ਜ਼ਿੰਦਗੀ 'ਚ ਇਹਨਾਂ ਗੱਲਾਂ ਦੇ ਅਰਥ ਬੜੇ ਵੱਡੇ ਆ। ਜਿੱਦਣ ਅਸੀਂ ਜ਼ਿੰਦਗੀ 'ਚ ਹਰ ਜਗ੍ਹਾ ਨੂੰ ਆਪਣੀ ਸਮਝਣ ਲੱਗ ਪਏ ਵੀ ਇਹ ਜਗ੍ਹਾ ਆਪਣੀ ਆ। ਆਪਣੇ ਘਰ 'ਚ ਬਿਨਾਂ ਵਜ੍ਹਾ ਪੱਖਾ ਚੱਲਦਾ ਹੋਵੇ, ਬੰਦੇ ਨੂੰ ਜਰਿਆ ਜਾਂਦਾ ਜੀ। ਬਿਨਾਂ ਮਤਲਬ ਤੋਂ ਲਾਈਟ ਜਗਦੀ ਹੋਵੇ, ਜਰੀ ਜਾਂਦੀ ਆ। ਪਰ ਸਾਂਝੀ ਜਗ੍ਹਾ 'ਤੇ ਚੱਲਦਾ ਹੋਵੇ, ਭਲਾ ਕੋਈ ਚੱਲਣ ਦੇ ਆਪਣੇ ਕਿਹੜੇ ਜੇਬ 'ਚੋਂ ਮਿਲ ਜਾਣਾ। ਇਹ ਕਿਹੜੀ ਮੇਰੀ ਆਪਣੀ? ਇਹ ਟੂਟੀ ਚੱਲਦੀ ਫੇਰ ਕਿਹੜੀ ਮੇਰੀ ਆਪਣੀ ਆ? ਮੈਂ ਤੂੰ ਕੀ ਲੈਣਾ? ਹੁਣ ਇਹ ਜਿੱਦਣ ਅਸੀਂ ਨਿੱਕੇ ਨਿੱਕੇ ਕੰਮ ਆਪਣੀ ਜ਼ਿੰਦਗੀ 'ਚ ਸਵਾਰਨ ਲੱਗ ਪਏ ਨਾ, ਅਗਲੇ ਨੂੰ ਸੁੱਖ ਹੋਵੇ ਨਾ ਹੋਵੇ, ਤੁਹਾਨੂੰ ਸਕੂਨ ਬੜਾ ਮਿਲੇਗਾ। ਤੁਹਾਨੂੰ ਰਾਤ ਨੂੰ ਨੀਂਦ ਬੜੀ ਕਮਾਲ ਦੀ ਆਏਗੀ ਵੀ ਮੈਂ ਕਿਸੇ ਦਾ ਵਿਗਾੜਿਆ ਤਾਂ ਨਹੀਂ ਅਜੇ ਤੱਕ, ਸਵਾਰਨ ਦੀ ਕੋਸ਼ਿਸ਼ ਕਰਦਾ ਨਾ। ਇਹ ਆ ਨਿਰਮਲ ਭਾਉ, ਭੈ ਕੇ ਚਰਨ। ਹੁਣ ਜਦੋਂ ਤੁਹਾਨੂੰ ਕੋਈ ਬੰਦਾ ਕਾਰੋਬਾਰ ਦੀ ਜ਼ਿੰਮੇਵਾਰੀ ਦੇ ਗਿਆ, ਤੁਸੀਂ ਮਗਰੋਂ ਉਹਦਾ ਧੋਖੇ ਕਰ ਲਓ, ਬੇਈਮਾਨੀਆਂ ਕਰ ਲਓ, ਲੁੱਟ ਖਸੁੱਟ ਕਰ ਲਓ। ਉਹਨੇ ਵੇਖੋ, ਜਿਸ ਬੰਦੇ ਨੇ ਆਪਣੇ ਹੁਨਰ ਨਾਲ ਕਾਰੋਬਾਰ ਖੜਾ ਕੀਤਾ ਨਾ, ਉਹਨੇ ਫਿਰ ਕਾਰੋਬਾਰ ਖੜਾ ਕਰ ਲੈਣਾ ਹੈ। ਤੂੰ ਬੇਈਮਾਨੀ ਕਰਕੇ ਉਹਦੇ ਤੇ ਮੱਲਣ ਨੂੰ ਫਿਰਦਾ, ਤੇਰੇ ਕੋਲ ਫੇਰ ਨਹੀਂ ਉਹ ਚੱਲਣਾ। ਮੰਨ ਲਓ ਹੁਣ ਤੁਸੀਂ ਕੋਈ ਮਿਹਨਤ ਕੀਤੀ, ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਇਸ ਕੰਟਰੀ 'ਚ ਆਏ ਆ, ਧਿਆਨ ਨਾਲ ਸੁਣਿਓ ਮੇਰੀ ਗੱਲ। ਮੰਨ ਲਓ ਤੁਸੀਂ ਮਿਹਨਤ ਨਾਲ ਉੱਥੇ ਪਹੁੰਚੇ, ਤੁਹਾਡਾ ਕੋਈ ਰਿਸ਼ਤੇਦਾਰ ਮਗਰੋਂ ਆਣ ਕੇ ਤੁਹਾਡੇ ਨਾਲ ਜੈਲਸੀ ਕਰੇ ਵੀ ਮੇਰੇ ਕੋਲ ਇਹਦੇ ਨਾਲ ਦੀ ਗੱਡੀ ਕਿਉਂ ਨਹੀਂ ਬਈ, ਮੇਰੇ ਕੋਲ ਇਹੋ ਜਿਹਾ ਕਰ ਕਿਉਂ ਨਹੀਂ। ਉਹ ਤੁਹਾਨੂੰ ਇਹਦਾ ਬਾਈਪਾਸ ਕਰਕੇ ਠੱਗੀਆਂ ਮਾਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇ, ਮੰਨ ਲਓ ਤੁਹਾਡੇ ਨਾਲ ਧੋਖਾ ਕਰੇ। ਤੁਹਾਡੇ ਕੋਲ ਤੇ ਕਲਾ ਸੀ, ਤੁਸੀਂ ਤੇ ਫਿਰ ਉੱਥੇ ਪਹੁੰਚੋਗੇ। ਧੋਖੇ ਕਰਨ ਵਾਲਾ ਬੰਦਾ ਉੱਥੇ ਕਦੀ ਵੀ ਨਹੀਂ ਪਹੁੰਚ ਸਕਦਾ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ 'ਚ ਲਿਖਿਆ, ਲੋਭੀ ਕਾ ਵਸਾ ਨਾ ਕੀਚੈ ਜੇ ਕਾ ਪਾਰ ਵਸਾਏ। ਹੁਣ ਜੇ ਅਸੀਂ ਬਾਣੀ ਪੜ੍ਹੀ ਹੋਵੇ ਤਾਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ। ਸਾਡੇ ਲੋਕਾਂ ਨੇ ਬਹੁਤ ਤੇ ਦੇਹਧਾਰੀ ਬਾਬਿਆਂ ਦੇ ਪੈਰ ਧੋ ਧੋ ਪੀਤੇ ਨੇ, ਪ੍ਰਕਰਮਾਂ ਕੀਤੀਆਂ। ਜਿਹੋ ਜੀ ਉਹਨਾਂ ਕੋਲ ਮੱਤ ਸੀ, ਉਹੋ ਜੀ ਉਹਨਾਂ ਨੇ ਆਪਣੇ ਸੇਵਕਾਂ ਨੂੰ ਦੇ ਛੱਡੀ। ਜਦੋਂ ਗੁਰਬਾਣੀ ਪੜ੍ਹੋਗੇ, ਗੁਰਬਾਣੀ ਸਾਨੂੰ ਸਮਾਜ ਵਿੱਚ, ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਆ ਕੰਟਰੀਆਂ ਸੋਹਣੀਆਂ ਲੱਗਦੀਆਂ, ਤੁਹਾਨੂੰ ਨਿਯਮ ਕਾਨੂੰਨ ਦੀ ਪਾਲਣਾ ਕਰ। ਜੇ ਗੁਰਬਾਣੀ ਨੂੰ ਸਮਝ ਕੇ ਅਸੀਂ ਕਿਸੇ ਦੇਸ਼ ਦੀ ਸਿਰਜਣਾ ਕਰੀਏ ਨਾ, ਸ਼ਾਇਦ ਉਸ ਦੇਸ਼ ਵਰਗਾ ਦੁਨੀਆ 'ਤੇ ਕੋਈ ਦੇਸ਼ ਦੂਜਾ ਹੋਵੇਗਾ ਹੀ ਨਹੀਂ। ਪਰ ਅਸੀਂ ਤੇ ਇੱਕ ਦਰਬਾਰ ਹਾਲ ਦੇ ਵਿੱਚ 15 50 ਖੰਡ ਪਾਠ ਰੱਖ ਕੇ ਬੈਠੇ ਆ। ਤੁਸੀਂ ਆਪਣੇ ਘਰ ਇੱਕ ਕਮਰੇ ਦੇ ਵਿੱਚ, ਇੱਕ ਲੌਬੀ ਦੇ ਵਿੱਚ ਦੂਜਾ ਟੀਵੀ ਲਾਉਂਦੇ ਜੇ? ਬੋਲ ਕੇ ਦੱਸਿਓ। ਜੇ 2 ਟੀਵੀ ਇੱਕੇ ਰੂਮ 'ਚ ਲਾਓ ਤਾਂ ਤੁਹਾਡੇ ਜਵਾਕ ਕਹਿਣਗੇ ਪਾਪਾ ਜੀ ਇਹ ਕਰਦੇ ਪਏ ਜੇ, ਤੁਹਾਡੀ ਮੱਤ ਨੂੰ ਕੀ ਹੋਇਆ? ਇੱਕ ਕਲਾਸ ਰੂਮ ਦੇ ਵਿੱਚ 2 ਟੀਚਰ ਪੜ੍ਹਾ ਸਕਦੇ ਆ? ਬੋਲ ਕੇ ਦੱਸਿਓ ਜੀ। ਨਹੀਂ ਪੜ੍ਹਾ ਸਕਦੇ। ਇੱਕ ਅਦਾਲਤ ਦੇ ਵਿੱਚ ਜਦੋਂ ਜੱਜ ਫੈਸਲਾ ਸੁਣਾਉਂਦਾ, ਉਹ ਤੋਂ ਪਹਿਲਾਂ ਵਕੀਲ ਆਪਣਾ ਪੱਖ ਰੱਖਦੇ ਆ, ਤੇ ਵਕੀਲ ਵੀ ਬੋਲਦਾ ਜਦੋਂ ਉਹ ਪਰਮਿਸ਼ਨ ਲੈ ਕੇ ਬੋਲਦਾ, ਜੱਜ ਸਾਹਿਬ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ, ਤੇ ਫਿਰ ਦੂਜਾ ਵਕੀਲ ਆਪਣਾ ਪੱਖ ਰੱਖਦਾ। ਜੇ ਦੋਵੇਂ ਵਕੀਲ ਇਕੱਠੇ ਬੋਲ ਪੈਣ ਤਾਂ ਜੱਜ ਕਹਿੰਦਾ ਨਾ ਜੀ, ਵਾਰੀ ਵਾਰੀ ਆਪਣਾ ਪੱਖ ਪੇਸ਼ ਕਰੋ। ਇੱਕ ਕਮਰੇ ਦੇ ਵਿੱਚ 100 ਬੰਦਾ ਬੈਠਾ, ਬੋਲਣਗੇ ਕਿੰਨੇ ਜੀ? 99 ਸੁਣਨਗੇ। ਤੇ ਜੇ ਆਪਾਂ ਕਹੀਏ ਚਲੋ ਟਾਈਮ ਥੋੜਾ 2 ਇਕੱਠੇ ਬੋਲ ਲਓ, ਕਿਉਂ ਸਾਧ ਜੀ? ਬੋਲ ਕੇ ਦੱਸਿਓ ਜੀ। ਤਾਂ ਵੀ ਨਹੀਂ ਗੱਲ ਬਣਨੀ। ਇੱਕ ਕਮਰੇ ਦੇ ਵਿੱਚ ਇੱਕ ਚੀਜ਼ ਇੱਕੇ ਵਕਤ, ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ। ਆ ਜਿਹੜਾ 2 ਬੰਨੇ ਤੁਸੀਂ ਲਿਖ ਕੇ ਲਾਇਆ, 'ਚ ਲਿਖਿਆ ਹੈ, ਪੜ੍ਹ ਕੇ ਵੇਖ ਲਿਓ ਘਰ ਜਾ ਕੇ।
ਕਿ ਸੰਗਤ ਵਿੱਚ ਜਦੋਂ ਪਾਠ ਹੋ ਰਿਹਾ ਉਦੋਂ ਪਾਠ ਹੋਵੇ, ਜਦੋਂ ਕੀਰਤਨ ਹੋ ਰਿਹਾ ਉਦੋਂ ਕੀਰਤਨ ਹੋਵੇ, ਜਦੋਂ ਕਥਾ ਹੋਵੇ ਉਦੋਂ ਕਥਾ ਹੋਵੇ। ਇੱਕ ਵਕਤ ਦੋ ਚੀਜ਼ਾਂ ਇਕੱਠੀਆਂ ਨਹੀਂ ਕਰਨੀਆਂ। ਪੁੱਛਿਆ ਜਾ ਕੇ ਉਹਨਾਂ ਦੇਹਧਾਰੀ ਬਾਬਿਆਂ ਨੂੰ, ਜਿੱਥੇ 15 ਸਰੂਪ ਇਕੱਠੇ ਤੇ 15 ਸਰੂਪਾਂ ਤੋਂ ਇਕੱਠੇ ਅਖੰਡ ਪਾਠ ਹੋ ਰਹੇ ਆ, ਤੇ ਸੁਣਨ ਵਾਲਾ ਅੱਗੇ ਉੱਚੀ ਬੋਲ ਕੇ ਦੱਸੋ ਹੁਣ, ਇੱਕ ਵੀ ਹੈ ਨਹੀਂ। ਤੇ ਜੇ ਤੁਹਾਡੇ ਜਵਾਕ ਪੁੱਛਣ ਵੀ ਇੱਕ ਕਮਰੇ 2 ਟੀਵੀ ਨਹੀਂ ਲਾ ਸਕਦੇ, ਇੱਕ ਕਲਾਸਰੂਮ 'ਚ 2 ਟੀਚਰ ਨਹੀਂ ਪੜ੍ਹਾ ਸਕਦੇ, ਇੱਕੇ ਹਾਲ ਦੇ ਵਿੱਚ ਇੰਨੇ ਸਰੂਪ ਕਿਉਂ ਰੱਖੇ ਆਪਾਂ? ਚਾਹੀਦਾ ਸੀ ਇੱਕ ਸਰੂਪ ਤੋਂ 100-200 ਜਾਣਾ ਪਾਠ ਸੁਣੇ। ਕੰਮ ਉਲਟਾ ਹੋ ਗਿਆ, 50-60 ਸਰੂਪਾਂ ਤੋਂ 50-60 ਪਾਠ ਕਰ ਰਿਹਾ, ਸੁਣਨ ਵਾਲਾ ਇੱਕ ਵੀ ਹੈ ਨਹੀਂ। ਹੁਣ ਦੱਸੋ ਜੀ, ਆਹ ਪ੍ਰਚਾਰ ਦੇਹਧਾਰੀ ਬਾਬਿਆਂ ਨੂੰ ਹਜਮ ਹੋ ਜੂ? ਉੱਚੀ ਬੋਲ ਕੇ ਦੱਸਿਓ। ਹੁਣ ਤੁਸੀਂ ਪੜ੍ਹੇ ਲਿਖੇ ਜੇ, ਆਪਣੇ ਆਪ ਨਾਲ ਸੋਚ ਕੇ ਵੇਖੋ। ਮੇਰੀਆਂ ਭੈਣਾਂ ਬੈਠੀਆਂ, ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹ ਗੱਲ ਲਿਖੀ ਹੋਈ ਆ, ਪਰ ਡੇਰੇ ਚੱਲਦੇ ਇੱਥੋਂ 20 ਅਖੰਡ ਪਾਠ, 30 ਅਖੰਡ ਪਾਠ। ਇੱਕ ਅਖੰਡ ਪਾਠ ਤੋਂ ਅੱਛਾ, ਉਹਦੇ 'ਚ ਇੱਕ ਬੰਦਾ ਬੋਲ ਕੇ ਪਾਠ ਕਰਦਾ, ਬਾਕੀ ਨੇਤਰੀ ਪਾਠ ਹੀ ਹੁੰਦੇ ਆ। ਏਦਾਂ ਸੱਚ ਹੈ। ਅੱਛਾ, ਪਾਠ ਕਿਹਨਾਂ ਦਾ ਹੋ ਰਿਹਾ? ਇਹ ਇੱਕ ਅਮਰੀਕਾ ਰਹਿੰਦਾ ਪਰਿਵਾਰ ਜੀ, ਉਹਨਾਂ ਨੇ ਕਿਹਾ ਸੀ ਸਾਡਾ ਫਲਾਣੇ ਡੇਰੇ ਪਾਠ ਹੋਵੇ। ਇੱਕ ਕੈਨੇਡਾ ਰਹਿੰਦਾ, ਉਹਨਾਂ ਭੇਜਤਾ। ਇੱਕ ਆਸਟ੍ਰੇਲੀਆ ਰਹਿੰਦਾ ਸੀ, ਉਹਨਾਂ ਕਹਿਤਾ। ਕਿ ਨਿਊਜ਼ੀਲੈਂਡ ਵਾਲਾ ਕਹਿਤਾ। ਇੱਕ ਫਰਾਂਸ ਵਾਲਿਆ ਕਹਿਤਾ ਸਾਡਾ ਪੁੱਤ ਪੱਕਾ ਹੋਇਆ ਸੀ। ਇੱਕ ਅਮਰੀਕਾ ਵਾਲਿਆ ਕਿਹਾ ਸੀ 20 ਸਾਲ ਬਾਅਦ ਸਾਡਾ ਪੁੱਤ ਪੱਕਾ ਹੋਇਆ। ਪਾਠ ਡੇਰੇ ਹੋ ਰਿਹਾ। ਜੇ ਪੁੱਤ ਪੱਕਾ ਹੋਇਆ, ਪਾਠ ਘਰ ਕਰੋ ਆਪ। ਬੋਲੋ ਜੀ, ਪੱਕੇ ਤੁਸੀਂ ਇੱਥੇ ਹੋਏ ਜੇ, ਪਾਠ ਤੁਸੀਂ ਡੇਰੇ 'ਚ ਕਰਾਈ ਜਾਂਦੇ ਜੇ। ਉਹ ਬੋਲੋ ਭਾਈ ਗੁਰੂ ਕੇ ਪਿਆਰਿਓ, ਇਹ ਤੇ ਉਹ ਗੱਲ ਹੋ ਗਈ ਜਿਵੇਂ ਪੁਰਾਣਾ ਸਮਾਂ ਸੀ ਤੇ ਇੱਕ ਮਾਈ, ਉਹਦੀ ਸੂਈ ਗਵਾਚ ਗਈ ਆਪਣੇ ਘਰ, ਤੇ ਲਾਗੇ ਉਹਦੀ ਲੰਘ ਰਿਹਾ ਸੀ ਵਪਾਰੀ। ਉਹਨਾਂ ਦੇ ਹੱਥਾਂ ਵਿੱਚ ਜਗਦੀਆਂ ਹੋਈਆਂ ਮਸਾਲਾਂ ਸੀ, ਰੌਸ਼ਨੀ ਸੀ ਉਹਨਾਂ ਦੇ ਹੱਥਾਂ ਵਿੱਚੋਂ ਲੰਘ ਰਿਹਾ ਸੀ। ਪੁਰਾਣੇ ਸਮੇਂ 'ਚ ਇਹੋ ਸਾਧਨ ਹੁੰਦੇ, ਜਿਵੇਂ ਅੱਜ ਗੱਡੀਆਂ ਦੇ ਸਾਹਮਣੇ ਹੈਡਲਾਈਟਾਂ ਹੁੰਦੀਆਂ, ਆਪਾਂ ਚੰਨ ਹੁੰਦਾ ਤੇ ਆਪਾਂ ਗੱਡੀ ਲਈ ਜਾਂਦੇ ਹਾਂ। ਉਹ ਜਦੋਂ ਮਾਈ ਦੀ ਸੂਈ ਗਵਾਚੀ, ਉਹ ਚੌਂਕ 'ਚ ਆਣ ਕੇ ਲੱਭਣ ਲੱਗ ਪਈ। ਇੱਦਾਂ ਉਹ ਨੌਜਵਾਨ ਜਿਹੜੇ ਵਪਾਰੀ ਸੀ ਉਹ ਕੋਲ ਆ ਕੇ ਕਹਿੰਦੇ, ਮਾਤਾ ਕੀ ਗਵਾਚਾ? ਕਹਿੰਦੀ ਪੁੱਤ ਸੂਈ ਗਵਾਚੀ ਆ। ਉਹ ਵੀ ਨੌਜਵਾਨ ਖਲੋ ਕੇ ਆਪਣੇ ਉਹਨਾਂ ਨੇ ਗੱਡੇ ਰੋਕ ਲਏ, ਤੇ ਉਹ ਮਾਤਾ ਦੇ ਨਾਲ ਲੱਭਣ ਲੱਗ ਪਿਆ, ਹੱਥ ਫਿਰ ਮਾਰ ਲੱਗ ਪਏ। ਉਹ 5-7 ਮਿੰਟ ਲੱਭਣ ਤੋਂ ਬਾਅਦ ਆਂਦੇ, ਮਾਤਾ ਕਿੱਥੇ ਗਵਾਚੀ ਸੀ? ਉਹਦੀ ਘਰ ਗਵਾਚੀ ਸੀ। ਉਹਦੀ ਜੇ ਘਰ ਗਵਾਚੀ ਸੀ, ਫਿਰ ਘਰ ਕਿਉਂ ਨਹੀਂ ਲੱਭਦੀ? ਕਹਿੰਦੀ ਘਰ ਹਨੇਰਾ ਵਾ, ਇੱਥੇ ਤਾਂ ਲੱਭਦੀਆਂ ਵੀ ਇੱਥੇ ਚਾਨਣ ਵਾ। ਹੋਈ ਗੱਲ ਉਹ ਨਾ, ਪੁੱਤ ਪੱਕਾ ਹੋਇਆ ਅਮਰੀਕਾ, ਤੇ ਪਾਠ ਕਿੱਥੇ ਹੋਣਾ? ਤੇ ਪਾਠ ਘਰ ਕਰਾਓ, ਆਪ ਕਰੋ, ਆਪ ਸਮਝੋ ਬਾਣੀ, ਸਹਿਜ ਪਾਠ ਕਰੋ, ਪੋਥੀਆਂ ਰੱਖੋ ਘਰ ਆਪਣੀਆਂ। ਪਰ ਸਾਡੇ ਅੰਦਰ ਤੇ ਇੱਕ ਵੱਡੀ ਭੈੜ ਇਹ ਆ ਨਾ, ਸਾਨੂੰ ਇਹ ਲੱਗਦਾ ਬਾਬਾ ਜੀ ਨੇ ਪੱਕਾ ਕਰਾਇਆ ਸਾਨੂੰ, ਤੇ ਬਾਬਾ ਜੀ ਦੇ ਪਤਾ ਨਹੀਂ ਕਿੰਨੇ ਨਾਲ ਦੇ ਚੇਲੇ ਕਬੂਤਰਬਾਜੀ 'ਚ ਬਾਹਰ ਆਏ ਆ। ਹੁਣ ਸਾਰੀਆਂ ਗੱਲਾਂ ਸਾਡੇ ਕੋਲ ਉਹਨਾਂ ਨਾ ਬੁਲਾਓ, ਕਿਉਂਕਿ 12-13 ਮੁਕੱਦਮੇ ਪਹਿਲਾਂ ਨਜਿੱਠ ਰਿਹਾ ਮੈਂ ਸਾਧਾ ਨਾਲ। ਇੱਕ ਅੱਧਾ ਕੇਸ ਤੁਸੀਂ ਵੀ ਕਰਾਓ ਨਾ। ਹੁਣ ਤੁਹਾਡੇ ਕੋਲ ਡਾਲਰ ਆ, ਮੇਰੇ ਕੋਲ ਤੇ ਇੰਡੀਆ ਵਾਲਾ ਗਾਂਧੀ ਵਾਲਾ ਨੋਟ ਆ। ਤਾਂ ਫਿਰ ਮੈਂ ਬੇਨਤੀ ਕਰਨੀ ਚਾਹੁੰਦਾ, ਤਗੜੇ ਹੋ, ਹੰਬੜਾ ਮਾਰੋ, ਨਾ ਵਹਿਮਾਂ 'ਚ ਪਾਓ, ਨਾ ਪਖੰਡਾਂ 'ਚ ਪਾਓ। ਡਰੋ, ਡਰ ਕੱਢੋ ਆਪਣੇ ਅੰਦਰ। ਜਦੋਂ ਸਾਡੀਆਂ ਭੈਣਾਂ ਆਣ ਕੇ ਪੁੱਛਦੀਆਂ ਨਾ, ਮੈਂ ਆਪਣੇ ਘਰ ਸਹਿਜ ਪਾਠ ਕਰਨਾ, ਤੇ ਸਾਨੂੰ ਖੁਸ਼ੀ ਹੁੰਦੀ ਆ। ਆਪ ਕਰੋ ਤੁਸੀਂ। ਆ ਕੱਲ੍ਹ ਵੀਰ ਨੇ ਦੱਸਿਆ ਜੀ, ਇੱਥੇ ਹੀ ਵਿਚਾਰਾਂ ਕਰਦੇ। ਮੈਂ ਕਹਿੰਦਾ ਅਗਲੇ ਸਾਲ ਤੁਹਾਡੇ 'ਚੋਂ ਉੱਠ ਕੇ ਇੱਥੇ ਵਿਚਾਰ ਕਰੇ, ਖੁਸ਼ੀ ਹੋਏਗੀ ਸਾਨੂੰ। ਜਿੱਦਣ ਅਸੀਂ ਆਪ ਗੁਰਬਾਣੀ ਪੜ੍ਹਨ ਲੱਗ ਪਏ, ਡਰ ਕੱਢੋ ਆਪਣੇ ਅੰਦਰੋਂ। ਤੁਸੀਂ ਸਵੇਰੇ ਸਟੋਰ 'ਤੇ ਜਾਓ, ਸ਼ਾਮਾਂ ਨੂੰ ਕਹੋ ਮੈਂ ਅੱਜ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ 'ਤੇ ਲੈਕਚਰ ਕਰਨਾ। ਅੱਜ ਭੈਣ ਸਾਡੀ ਹਸਪੀਟਲ ਜੌਬ ਕਰਦੀ ਆਵੇ, ਉਹ ਕਵੇ ਮੈਂ ਅੱਜ ਛੇਤੀ ਗੁਰਦੁਆਰਾ ਸਾਹਿਬ ਜਾਣਾ, ਅੱਜ ਮੇਰਾ 10 ਮਿੰਟ ਬੇਬੇ ਨਾਨਕੀ ਦੇ ਉੱਤੇ ਲੈਕਚਰ ਵਾ। ਅਸੀਂ ਤਾਂ ਸਾਰਾ ਕੁਝ ਬਣਾਤਾ, ਸਾਰਾ ਕੁਝ ਛੱਡ ਕੇ ਬਹਿ ਗਏ ਅਸੀਂ ਵੀ, ਸਾਨੂੰ ਤੇ ਕਰਨਾ ਹੀ ਨਾ ਕੁਝ ਪਵੇ। ਜਿੱਦਣ ਅਸੀਂ ਗੁਰਬਾਣੀ ਨੂੰ ਆਪ ਪੜ੍ਹਨਾ ਵਿਚਾਰਨਾ ਸ਼ੁਰੂ ਕਰਤਾ, ਜ਼ਿੰਦਗੀ ਸਾਡੀ ਸੌਖੀ ਹੋ ਜਾਏਗੀ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਭੈ ਕੇ ਚਰਨ ਪਰਮੇਸ਼ਰ ਦੇ ਨਿਰਮਲ ਭਾਵ ਨੂੰ ਚਰਨ ਬਣਾ ਲਾ, ਕਰ ਹੱਥ ਕਹਿੰਦੇ ਨੇ, ਕਰ ਭਾਵ ਕੇ ਲੋਇਣ ਸੁਰਤ ਕਰੇ, ਪਿਆਰ ਨੂੰ ਹੱਥ ਬਣਾ ਲਾ। ਯਾਨੀ ਕਿ ਜ਼ਿੰਦਗੀ 'ਚ ਪਿਆਰ ਲੈ ਆਓ। ਪਿਆਰ ਬੜੀ ਵੱਡੀ ਚੀਜ਼ ਆ। ਜਦੋਂ ਘਰ ਦੇ ਵਿੱਚ ਤਾਇਆ ਪਿਆਰ ਕਰਦਾ, ਚਾਚਾ ਪਿਆਰ ਕਰਦਾ, ਤੇ ਜਿਹੜੇ ਭਤੀਜੇ ਭਤੀਜੀਆਂ ਉਹ ਵੀ ਜਾਨਾਂ ਵਾਰਦੇ ਵੀ ਸਾਡੇ ਤਾਏ ਨੇ ਆਪ ਅਨਪੜ੍ਹ ਰਹਿ ਕੇ ਸਾਡੇ ਪਿਓ ਨੂੰ ਪੜ੍ਹਾਇਆ। ਜਦੋਂ ਕੱਲ੍ਹ ਨੂੰ ਵੱਡਾ ਹੋ ਕੇ ਕੋਈ ਬੱਚਾ ਇਹ ਗੱਲ ਕਵੇ ਨਾ ਕਿ ਤੂੰ ਸਾਡੇ ਲਈ ਕੀ ਕੀਤਾ, ਉਦੋਂ ਫਿਰ ਪਿਓ ਕਹਿੰਦਾ ਪੁੱਤਰਾ ਜੇ ਅੱਜ ਮੈਂ 4 ਅੱਖਰ ਪੜ੍ਹਿਆ ਨਾ, ਤੁਹਾਡੇ ਤਾਏ ਦੀ ਬਦੌਲਤ ਪੜ੍ਹਿਆ।
तो फिर वो बच्चों का जो अमृत घुलदा ना, जी अमृत की विचार जाती है, वो तुहानूं किसी होर थां ते जाके नहीं मिलनी। फिर बंदा कहता नहीं इन्हें आप अगे ना जाके मैनू अगे किया वा। बड़े परिवार समाज में इदां दे मिल जाने आ जिथे भरा ने भरा नूं तरक्की के राह ते तोरिया, पिछे रह के, पर जो कामयाब हो गए उदों उन्होंने भुल गए। पर बड़े ने जिहड़े अज तक चेता रखते अपने भरावां नूं भी नहीं उन्होंने साडे लई बड़ा कुछ किया है, एहसान रखते जिंदगी च भी नहीं इन्हें साडे लई अपना विगाड़ के भी साडा सवारन की कोशिश की है। हुण कर भाव के प्यार नूं हथ बना लो, लोएण सुरत करे सुरत नूं अखां बना लो, नानक कहे सियाणीए इव कंत मिलावा होए। हुण समझ आ गई बाणी च नेत्रहीन किहनूं कहा, जेदे कोल सुरत रूपी आखे नहीं। अंदुले क्या पाया जग आए, हे सुरत तो सखने बंदे तू जगत विच आण के की प्राप्त कीता ही। राम हृदय नहीं, राम रमिया होया परमात्मा कालपुरख, तू उन्होंने हिरदे च वसाया ही नहीं। राम हृदय नहीं गुर की सेवा, ते ना तू गुरु दे दसन मुताबक सेवा ही की। अच्छा गुरु दे मुताबक केड़ी केड़ी सेवा, ध्यान ना सुने। हुण मान लो आपां साडियां भैणां लंगर बनाउंदियां, वीर लंगर बनाउंदे, ये सेवा वा, ये तो मुनकर नहीं हो सकते। तुसीं लंगर बनाउणा, लंगर वरताउणा, दरियां झाड़नियां, पोचे लाउणे, वाशरूम साफ करने, ये सारे सेवा सेवा दे विच आउंदे आ। तुसीं ये तो मुनकर नहीं हो सकते, सारी सेवा वा। मान लो एक बंदा प्रबंध करदा है, ग्रोसरी लैके आ रहा, कोई बंदा आण के इत्थों दा प्रबंध साਂਭ रहा वा, जिवें साडे वीर दस रहे सी आ बाहरली शैड की सेवा आप की, ये सारियां सेवावां च आउंदियां ने। तुसीं उदां काम करना होवे तो तुहानूं कितना खर्चा करना पैंदा, पर बंदा प्यार नाल कहदा लिआओ जी मैं ये काम करदा वां। पर चेता रखियो इस तो अगे भी सेवा हैगी आ, ये एक सेवा का हिस्सा वा। वो किहड़ा वा, मेरे मन सतगुरु की सेवा लाग, हे मेरे मना सतगुरु की सेवा च लग जा। महाराज किहड़ी, कहते जो दिसै सो विणसणा, मन की मत त्याग। मन की मत छड्डणी भी गुरु की सेवा वा। एक मन मत नूं जिंदगी च त्याग दिओ, ये भी गुरु की दसी हुई सेवा वा। जिवें झाड़ू लाने, पोचे लाने, लंगर बनाने, लंगर वरताउने। तुहानूं पता जिहड़ियां गुरुद्वारे च लंगर बनाने, लंगर वरताउने, ये सानूं गुरु साहब ने क्यों सिखाया सी कि ये साडा सिੱਖਿਆ दा सेंटर है, करनी मुड़ के असीं समाज विच आ। तुहानूं पता गुरुद्वारिਆਂ च कीती हुई सेवा का रिजल्ट 1 साल 13 दिन किसानी अंदोलन साडिਆਂ नौजवानों ने हत्थीं लंगर पका के वरता के दस दिता कि असीं घरों बाहर आके भी किदां सोहणे तरीके नाल जिंदगी जी सकदे हां। हत्थी लंगर पराए, हत्थी लंगर वरताए, रोड साफ किए, सवेरे 4-4 बजे उठ के साडे नौजवान सड़कां साफ करते सी उत्थे। हर पक्ष की ते कमाल की गल सी, डॉक्टर आण के सेवा करते सी। कई दिल्ली के ऐसे परिवार वेखे जिहड़े लोग ऐतवार गुरुद्वारे जाते सी ना, वो कहते असीं जिन्ने दिन अंदोलन चलिया असीं अपने परिवारां समेत हर संडे नूं हर ऐतवार अंदोलन च आण के किसानां दी सेवा करते रहे। क्योंकि सानूं गुरु ने सिखाया ही इहो कुछ वा कि लंगर तुसीं बनाया, सिੱਖਿਆ गुरुद्वारे, तो जे लोड़ पै जे घर भी तुसीं अपनी रोटी आप बोलो जी बना सको, सब्जी आप बना सको। समाज विच सानूं ये गल्लां गुरु साहब ने सिखाईयां। पंजाबी च कहिए लोकां ने तां लोहे नूं पालश मार मार के सोना बना बना के वेचता, साडे कोल ते है ही डायमंड सी, सोना सी, हीरे जवाहरात सी, साडा एडा कीमती इतिहास ना असीं आप समझ सके ते ना असीं अपने बच्चियां ते समाज नूं समझा सके। एडा कीमती खजाना साडे कोल गुरु पातशाह दा बख्शिया होया। राम हृदय नहीं गुर की सेवा चाले, मूल गवाए। मूल की सी, तू अपना धुरा ही गवा लिया, तू अपने सच नालों नाता ही तोड़ के बह गया। तो पातशाह जी की कहते हैं अगे, जो बंदे ने सच का लड़ छड़ता फिर की हुंदा, भूंडी चाल। हुण पहलां आपां दे अर्थ करांगे, फिर आपां दे भाव अर्थ करांगे। अर्थ की आ, जदों बंदे ते बुढ़ेपा आउंदा उदों चाल इहो रहिंदी है जिहड़ी जवानी च हुंदी है जी। बोल के दस्सिओ, फिर चाल च फर्क पैंदा ना जी। फिर कई वारी बंदा आसरा लाउंदा भी कोई मैनूं बाहों फड़ के गड्डी चढ़ावे, बाहों फड़ के गड्डी चों लावे। जिहड़ा बंदा कहंदा सी 100 कोहां तक मैं किन्नी दूर तक घुम आउंदा सी, 2-2 3-3 मील सफ़र तय कर लैंदा सी। अज रूम दे नाल ही वाशरूम अटैच आ, उत्थों तक जाण लग्गिया भी बंदा किसी दा आसरा लभदा। बंदा वही है,
पर भूंडी चाल चाल बेढंगी हो गई। भूंडी चाल चरण कर खिसरे, पैरां चों ताकत नहीं रही हुण। तुचा त्वचा कहते ने स्किन नूं, चमड़ी नूं, तुचा देह कमलानी। हुण किसी नौजवान की तुसीं इदां चुंडी भर के वेखो, नाल ही मास जाग रल जांदा है, पर किसी बजुर्ग की भरो, बोलो जी, वो कितनी देर तक उत्थे ही मास। हुण वो स्किन रह गई आ? नहीं रहेगी ना। पिछे जे एक फिल्मां दी हीरोइन ने इंटरव्यू दी, कहती साडी बाहरली सुंदरता ना वेखो, ਅਸੀਂ ਤਾਂ नकली आर्टिफिशियल ये मेकअप करके तुहाडे सामने आउने, तुसीं सोचदे असीं साडे ते बड़ी तगड़ी सुंदरता वा, सानूं पुछ के वेखो 2-2 3-3 घंटे सानूं ये मेकअप करवाउणा पैंदा है, इंजैक्शन लवाउणे पैंदे अपनी स्किन नूं टाइट कर लई, ते साडे लोग बाहरों प्रभावित हो जांदे आ। तुसीं चंगा भोजन खाओ, अपने सब तो वड्डी तुहाडी स्किन दी सुंदरता है, अपने मन नूं खुश रखो। किसी दा कारोबार वेख के, किसी दी तरक्की वेख के अंदरों धुर तो खुश हो। हुण कई बजुर्ग तुसीं वेखे होणगे 80-90 साल तक भी उनका रंग दगदा करदा है, ते कईयां दा 30 सालां च भी इदां दा जिवें भट्ठी तो लाया आंदा बंदा। तबत कड़ाहा बुझ गया। जिहड़ी हुण जदों असीं किसी दी, कई नहीं कहणगे असीं इहनूं बदाम भी पे दिंदे आ, इहनूं जूस भी पिआउने आ। हुण बदाम की कर लोगे, अंदर ते रिझण डिआ बंदे दा। गुस्सा ना मारिओ मेरिओ भैणो, जे दराणी नूं जठाणी वाल वेख के साड़ा जिन्नी मर्जी ड्राई फ्रूट खाई जाओ तुसीं, जे भरजाई नूं ननाण वाल वेख के ताप चढ़दा, जां ननाण नूं भरजाई वाल वेख के ताप चढ़दा, तुसीं मैं कहना भावें 10-10 15-15 बदाम रोज़ पे खाई जाओ, रोज़ जूस जिन्ने मर्जी पी जाओ। बंदा अंदरों खुश होवे ते सिंपल पानी पी के भी तुहानूं ओह चों फुल एनर्जी मिलूगी। जो अंदरों ही नहीं खुश रहना, अंदरों सड़े रहना, एवें किसी दे कारोबार वाल वेख के भुज्जी जाना, बाहरों कही जाना नानक नाम चढ़दी कला तेरे भाणा है। जिदन असी समाज विच असी दूजे दा काम वेख के खुश होण लग पे ना, समझ लो तुसीं किसी दा भला करो ना करो, सब तो पहला अपना भला करना शुरू कर दिता। बाणी ये सिखाउंदी सानूं। भूंडी चाल चाल बेढंगी हो गई, भूंडी चाल चरण कर खिसरे, पैरां चों ताकत नहीं रही। त्वचा देह कुमलानी, हुण देह भी कुमला जी गई आ। नेतरी धुंद, अखां गाड़ी हुण धुंद आ गई, दिसदा नहीं आ, ज़्यादा दूर तक नहीं दिसदा। करन पै बहरे, कन्नां तो भी हुण सुनाई दिंदा। कोई गल करदा ते कहंदा नौजवान उच्ची बोल, मेरे कंन लागे बोल। नेतरी धुंद करन पै बहरे, मनमुख नाम न जानी। मन के पिछे तुरन वाले नाम नहीं जाने, सच नहीं जाने। ये सी ये अर्थ। हुण आपां दे भावार्थ करदे हां, ध्यान नाल सुणिओ। हुण भावार्थ की आ? जदों बंदे ने सच का लड़ छड्ड दिता, जदों बंदे ने अपनी जिंदगी च सुरत रूपी अखां ना लईआं, अपने धुरे नाल ना जुड़िया, राम की सेवा रमे होए, परमात्मा की सेवा ना की, गुरु के दसे राह ते ना तुरिया, तो की हो गया? भूंडी चाल, बंदे की चाल बेढंगी हो गई। क्यों? बंदे कोल गुण ना होए, गुण ना होए, जिंदगी जीवन की चाल बेढंगी हो गई, चाल गवा बैठा। जिवें आप बाणी च पढ़ते हैं ना, जो गुरबाणी के विचों कि जो बंदे को 4 छिल्लड़ आउंदे आ ना, एंडो टेढ़ो जात, मन दस नाज, टका 4 गांठी। जो बंदे को 4 मन दाने आ गए, 4 टके पल्ले आ गए, तो बंदे की तोर फे हो रही है। बोलो जी, फिर थोड़ी तोर बदल जाती है ना। पहला सैकल ही चंगा लगता सी, हुण थोड़े जे 4 छिल्लड़ कोल आ गए। पहला देखो बंदा ज्यों ज्यों 4 पैसे आते जाते हैं ना, 4 छिल्लड़, मैं सारिਆਂ की गल नहीं करता, ये हुण अपने अपने ते ला के वेख लो भी किहदे नाल इदां हुंदा। कई वारी तुहानूं बैड ते वधिया नींद आउंदी आ, मुड़ के उस बैड 'च भी नुक्स जिहा आउंदा भी नहीं गद्दा 7 इंच वाला चाहिदा, जिस 'च मैं खुब जा चंगी तरह। फिर गांह वधदा जांदा ना, काम अगे अगे तुरिया जांदा। चीज़ां ज्यों ज्यों चीज़ां, चलो ये चीज़ां लियाउणियां माड़ी चीज़ नहीं, बंदे को पैसा हैगा, बंदा चाहुंदा मेरे बच्चे चंगा घर बनाउण, चंगी गड्डी होवे, पर ये सब चीज़ां वधिया ने, पर जे अंदरों खुश रहन की आदत ना पाई तो सारी चीज़ां रल के भी तुहानूं खुशी नहीं दे सकदियां। ये चाहिदियां ने। कई वड्डे घरां 'च तुहानूं रोंदे दिसणगे, तो कई तुहानूं सधारण घरां 'च भी हੱਸਦੇ नज़र आउणगे। हासे का संबंध तुहानूं दुनिया के महंगे पदार्थां नाल नहीं हैगा। हुण उत्थे क्या? मन दस नाज, मन का अर्थ मम्मा नन्ना मन, मन का अर्थ मन वा। उत्थे मन 10 नाज, 10 मन बंदे को दाने आ गए,
ਟਕਾ 4 ਗਾਂਠੀ 4 ਟਕੇ ਬੰਦੇ ਦੇ ਪੱਲੇ ਵੱਜ ਗਏ। ਤੇ ਐਂਡੋ ਟੇਢੋ ਜਾਤ ਨਾਲ ਹੀ ਤੋਰ ਬੇਢੰਗੀ ਹੋ ਗਈ। ਐਂਡੋ ਟੇਢੋ ਜਾਤ ਬਹੁਤ ਪ੍ਰਤਾਪ ਗਾਉ 100 ਪਾਏ। ਜਿਹੜਾ ਵਿਆਹ ਆਪਣੀਆਂ ਭੂਆ ਮਾਸੀਆਂ ਦਾ ਪਹਿਲਾਂ ਵਿਆਹ, ਜਿਹੜੇ ਚਾਚਿਆਂ ਦੇ ਵਿਆਹ ਘਰਾਂ 'ਚ ਵਿਹੜੇ 'ਚ ਹੋ ਜਾਂਦੇ ਸੀ, ਹੁਣ ਕਿੱਥੇ ਹੁੰਦੇ ਭਲਾ? ਮਾਰਿਓ ਆਪਣੇ ਰਿਸ਼ਤੇਦਾਰਾਂ ਨਾਲ ਧਿਆਨ। ਪੰਜਾਬ ਕੀ ਆਂਦੇ ਜੀ ਭਲਾ? ਅਸੀਂ 3500 ਪਰ ਪਲੇਟ ਵਾਲਾ ਆਨੰਦ ਕਾਰਜ, ਜਿੱਥੇ 3500 ਇੱਕ ਲੱਗਦਾ ਇੱਕ ਪਲੇਟ ਦਾ ਕਹਿੰਦੇ ਹੋ, ਐਦਾਂ ਮਾਣ ਨਾ ਕਹਿੰਦੇ। ਕਿੱਥੋਂ ਆਇਆ ਜੀ? ਪਰਿਵਾਰ ਫਲਾਣੀ ਕੰਟਰੀ 'ਚੋਂ ਆਇਆ, ਫਲਾਣੇ ਸਰਪੰਚ ਦਾ ਭਤੀਜਾ ਜੀ, ਫਲਾਣੇ ਇਹਦਾ ਜੀ। ਇਹ ਕੀ ਆ ਭਲਾ? ਐਂਡੋ ਬੋਲੋ ਪਿਆਰਿਓ, ਐਂਡੋ ਟੇਢੋ ਜਾਤ। ਉਹ ਵੀ ਫਿਰ ਲਾਗੇ ਰਿਸ਼ਤੇਦਾਰ ਖਿਲਾਇਆ ਹੁੰਦਾ, ਉਹ ਜਦੋਂ ਪਲੇਟ ਨੂੰ ਹੱਥ ਪਾਉਂਦੇ ਨਾ ਇੱਦਾਂ, ਉਹਦਾ 3500 ਗਿਆ ਜੀ। ਸੰਤਰੇ ਤੋੜ ਕੇ, ਕੀਵੀ ਤੋੜ ਕੇ ਕੁੱਬੇ ਹੋ ਗਏ। ਤੇ ਕਿਹੜਿਆਂ ਕੰਮਾਂ 'ਚ ਰੋੜਦੇ ਫਿਰਦੇ। ਰਾਗੀ ਸਿੰਘ ਕੀਰਤਨ ਕਰਦਾ ਹੋਵੇ ਨਾ, ਉਹਨੂੰ 10 ਰੁਪਏ ਪਾਟੇ ਦੇਣਗੇ। ਕਲਾਕਾਰ ਦੇ ਉੱਤੋਂ ਦੀ ਨੋਟ ਵਾਰੀ ਜਾਂਦੇ, ਉਹ ਵੀ ਸਹੁੰ ਖਾਂਦਾ ਵੀ ਰੱਬਾ ਅਗਲੇ ਜਨਮ ਪੱਕਾ ਰਾਗੀ ਨਹੀਂ ਬਣਨਾ ਮੈਂ, ਜੇ ਜਨਮ ਹੋਇਆ ਤੇ। ਆ ਬਹੁਤੇ ਗਾਇਕ ਜਿਹੜੇ ਆ ਪਿਛੋਕੜ ਫੋਲ ਕੇ ਵੇਖ ਲਓ, ਜਿੰਨੇ ਗਾਇਕ ਨੇ ਦਾ ਪਿਛੋਕੜ ਫੋਲ ਕੇ ਵੇਖ ਲਓ। ਇਹਨਾਂ 'ਚੋਂ ਬਹੁਤੇ ਪਹਿਲਾਂ ਕਦੀ ਰਾਗੀ ਢਾਡੀ ਸੀ, ਉਹ ਇਤਿਹਾਸ ਸੁਣਾਉਂਦੇ ਸੀ, ਬਾਣੀ ਸੁਣਾਉਂਦੇ ਸੀ, ਉਹਨਾਂ ਨੂੰ ਲੋਕ ਜਲੀਲ ਕਰਦੇ ਸੀ। ਉਹਨਾਂ ਕਹਾ ਠੀਕ ਆ, ਪਰ ਅਗਲਿਆਂ ਕੱਦੂ ਦੇ ਵਿੱਚ ਕਾਨਾ ਫਸਾ ਲਿਆ, ਕਿੰਗ ਬਣਾ ਲਈ, ਤੂੰ ਵੀ ਬਣਾ ਲਈ। ਜਿਹੜਾ ਬੰਦਾ ਕਹਿੰਦਾ ਸੀ ਵੇਖੋ ਜੀ ਤੁਹਾਨੂੰ ਹਾਰਮੋਨੀਅਮ ਤੇ ਹੋ ਨਹੀਂ ਗਿਆ ਇਹਨੇ, ਜਦੋਂ ਮੁੜ ਕੇ ਆਣ ਕੇ ਉਹਨਾਂ ਦੇ ਭਤੀਜਿਆਂ ਦੇ ਵਿਆਹਾਂ ਤੇ ਉਹ ਨੱਚਦਾ ਨਾ, ਫਿਰ ਇੱਦਾਂ ਨੋਟ ਵਾਰੀ ਜਾਂਦੇ। ਇੱਦਾਂ ਦੱਸੋ ਐ ਜਾਂਦਾ ਇੱਦਾਂ? ਤਾਂ ਘਰ ਜਾ ਕੇ ਮੁੜ ਕੇ ਭਾਵੇਂ 76 ਰੋਟੀ ਹੋਵੇ ਉਹਨਾਂ ਦੀ, ਦੱਸ ਦਿਓ ਜੇ ਗਲਤ ਆ ਤੇ। ਅਸੀਂ ਆਪ ਗੰਦ ਨੂੰ ਪ੍ਰਮੋਟ ਕੀਤਾ ਹੈ, ਅਸੀਂ ਆਪ ਇਸ ਬੰਨੇ ਤੁਰੇ ਹਾਂ, ਅਸੀਂ ਆਪ ਜ਼ਹਿਰ ਦੇ ਵਪਾਰੀ ਹਾਂ। ਗੰਦਣ ਵੈਣ ਸੁਣੇ ਉਰਝਾਵੇਂ, ਅਸੀਂ ਗੰਦੇ ਗੀਤ ਸੁਣ ਕੇ ਖੁਸ਼ ਹੁੰਦੇ ਹਾਂ। ਨਾਮ ਲੈਤ ਅਲਕਾਇਆ, ਚੰਗੀ ਗੱਲ ਹੋਵੇ ਸਾਨੂੰ ਵਾਸੀਆਂ ਆਉਣ ਲੱਗ ਪੈਂਦੀਆਂ। ਜਦੋਂ ਅਸੀਂ ਗੁਰੂ ਦੇ ਵਿਚਾਰ ਨੂੰ ਸਮਝਾਂਗੇ, ਮਾਫ ਕਰਨਾ, ਤੁਹਾਡੇ ਘਰ ਕੋਈ ਬੱਚਾ ਤੁਹਾਨੂੰ ਧਾਰਮਿਕ ਕਵਿਤਾ ਸੁਣਾਵੇ, ਕੋਈ ਗੁਰਬਾਣੀ ਦੀ ਗੱਲ ਸੁਣਾਵੇ ਤੇ ਸਾਨੂੰ ਚੰਗਾ ਲੱਗਦਾ, ਤੇ ਉਹ ਗੰਦਾ ਗੀਤ ਸੁਣਾਵੇ ਤੇ ਕਈ ਤਾੜੀਆਂ ਮਾਰਦੇ ਖੁਸ਼ ਹੁੰਦੇ ਆ। ਤੁਸੀਂ ਕਿਸ ਬੰਨੇ ਤੋਰਨਾ ਚਾਹੁੰਦੇ, ਤੁਹਾਡੇ ਤੇ ਡਿਪੈਂਡ ਕਰਦਾ ਹੈ। ਤੁਸੀਂ ਯਾਰ ਜਿਹੜੀ ਚੀਜ਼ ਨੂੰ ਪ੍ਰਮੋਟ ਕਰੋਗੇ, ਉਹ ਚੀਜ਼ ਸਮਾਜ ਵਿੱਚ ਫੈਲੇਗੀ, ਅਵਸ਼ ਫੈਲੇਗੀ, ਪੱਕਾ। ਇਹੋ ਵਜ੍ਹਾ ਤੁਸੀਂ ਵੇਖਿਆ ਵੱਡੇ ਨਾਮੀ ਰਾਗੀ ਆਪਣੇ ਬੱਚੇ ਕਿਉਂ ਨਹੀਂ ਇਸ ਬੰਨੇ ਤੋਰਦੇ ਜੀ? ਕਦੀ ਨੋਟ ਕੀਤਾ ਤੁਸੀਂ? ਜਿੰਨੇ ਵੱਡੇ ਨਾਮੀ ਰਾਗੀ ਪ੍ਰਚਾਰਕ, ਉਹਨਾਂ ਦੇ ਬੱਚੇ ਕਿਉਂ ਨਹੀਂ ਇਸ ਬੰਨੇ ਆਏ? ਕਿਉਂਕਿ ਉਹਨਾਂ ਨੂੰ ਆਮ ਲੋਕ ਜਲੀਲ ਕਰਦੇ ਆ। ਉਹ ਕਹਿੰਦੇ ਠੀਕ ਹੈ ਮੇਰੀ ਮਜਬੂਰੀ। ਅਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਧਿਆਨ ਮਾਰਿਓ, ਪੰਜਾਬ ਦੇ ਕਈਆਂ ਪਿੰਡਾਂ 'ਚ ਪਿੰਡ ਦਾ ਗ੍ਰੰਥੀ ਗਜਾ ਕਰਕੇ ਰੋਟੀ ਖਾਂਦਾ ਹੈ। ਅੱਜ ਵੀ ਐਦਾਂ ਉਹਨੇ ਡੱਬਾ ਫੜਿਆ ਹੁੰਦਾ, 6 ਘਰਾਂ 'ਚ ਉਹਨੇ ਜਾਣਾ ਹੈ, ਵਿੱਚੇ ਭਿੰਡੀਆਂ, ਵਿੱਚੇ ਕੜੀ, ਵਿੱਚੇ ਛੋਲਿਆਂ ਦੀ ਸਬਜ਼ੀ, 7-8 ਘਰਿਆਂ ਦੇ ਵਿੱਚੋਂ ਉਹਨੇ ਰੋਟੀ ਇੱਦਾਂ ਮੰਗ ਕੇ ਲੈ ਕੇ ਆਉਣੀ ਆ। ਤੇ ਨਿਆਣੇ ਉਹਦੇ ਚਿਹਰੇ ਵੱਲ ਵੇਖਦੇ ਆ, ਡੈਡੀ ਇਹ ਕਦੋਂ ਤੱਕ ਸਾਨੂੰ ਖਾਣੀ ਮਿਲੂਗੀ? ਉਹ ਮਨ 'ਚ ਤੇ ਆਂਦਾ ਜਦੋਂ ਤੱਕ ਮੈਂ ਮਰਦਾ ਨਹੀਂ। ਹੁਣ ਫਰਕ ਪੈ ਗਿਆ ਥੋੜ੍ਹਾ ਜਿਹਾ, ਕਈਆਂ ਪਿੰਡਾਂ ਵਿੱਚ ਗੁਰਦੁਆਰੇ ਦੇ ਨਾਲ ਉਹਨਾਂ ਸੋਹਣਾ ਘਰ ਬਣਾ ਕੇ ਦਿੱਤਾ। ਜਦੋਂ ਤੁਸੀਂ ਉਹਦੀਆਂ ਲੋੜਾਂ ਪੂਰੀਆਂ ਕਰੋਗੇ, ਅਗਲੇ ਨੂੰ ਕਹੋ ਕਿ ਤੂੰ ਬੱਚਿਆਂ ਦੀਆਂ ਕਲਾਸਾਂ ਵੀ ਲਾਉਣੀਆਂ ਹੀ, ਉਹ ਤਾਂ ਫਿਰ ਕਹਾਣੀ ਉਹੀ ਆ ਨਾ। ਜਿਵੇਂ ਤਾਈਓ ਫਿਰ ਉਹ ਵੀ ਜਦੋਂ ਤਨਖਾਹਾਂ ਥੋੜ੍ਹੀਆਂ, ਉਹਨਾਂ ਨੂੰ ਤਨਖਾਹ ਕਿਹੜੀ ਦਿੱਤੀ ਜਾਂਦੀ ਹੈ? 6 ਮਹੀਨਿਆਂ ਬਾਅਦ ਕਣਕ ਦੀ ਤੇ ਝੋਨੇ ਦੀ ਗਰਾਈ। ਉਹ ਵੀ ਚੰਗੇ ਪਰਿਵਾਰ ਤੇ ਰੱਖ ਲੈਂਦੇ ਆ, ਮਾੜੇ ਤੇ ਫਿਰ ਘੁੰਡੀਆਂ ਜੀ ਵਾਲੀ ਕਣਕ ਰੱਖਦੇ ਹੁੰਦੇ ਸੀ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਤੁਸੀਂ ਵਿਦੇਸ਼ਾਂ 'ਚ ਬੈਠੇ ਹੋ, ਤੇ ਕੰਮ ਕਰਨਾ ਤੇ ਆਪਣੇ ਪਿੰਡਾਂ ਵੱਲ ਧਿਆਨ ਦਿਓ। ਪਿੰਡ ਦੀ ਕਮੇਟੀ ਨੂੰ, ਜਿੱਥੇ ਵੀ ਤੁਸੀਂ ਬੈਠੇ ਹੋ, ਕਿ ਚੰਗਾ ਨੌਜਵਾਨ ਪੜ੍ਹਿਆ ਲਿਖਿਆ ਗ੍ਰੰਥੀ ਰੱਖੋ। ਅਸੀਂ 10 ਜੀ ਰਲ ਕੇ ਉਹਦੀ ਤਨਖਾਹ ਦਾ, ਹੁਣ ਹੰਗਾਰਾ ਨਹੀਂ ਆ ਰਿਹਾ ਅੰਦਰੋਂ ਨਾ, ਢਿੱਲੀ ਹੋ ਗਈ ਆਵਾਜ਼ ਥੋੜ੍ਹੀ ਜਿਹੀ, ਉਹਦਾ ਪ੍ਰਬੰਧ ਕਰਾਂਗੇ। ਸਾਨੂੰ ਇਸ ਬੰਨੇ ਤੁਰਨ ਦੀ ਲੋੜ ਆ। ਕੋਈ ਇਸ ਬੰਨੇ ਅਸੀਂ ਉਪਰਾਲਾ ਕਰ ਸਕੀਏ। ਨੌਜਵਾਨ ਕੀਤਾ ਵਾ, ਕਈਆਂ ਪਿੰਡਾਂ 'ਚ ਨੌਜਵਾਨਾਂ ਨੇ ਆਪਣੇ ਲਾ ਕੇ ਚੰਗੇ ਸੋਹਣੇ ਗ੍ਰੰਥੀ ਰੱਖੇ ਆ, ਸੋਹਣੀ ਵਿਚਾਰਧਾਰਾ ਦਿੰਦੇ ਆ ਉਹਨਾਂ ਨਾਲ ਬਹਿ ਕੇ। ਕਈਆਂ ਨੇ ਪਿੰਡਾਂ ਜਿਮ ਖੋਲ੍ਹ ਦਿੱਤੇ ਵੀ ਚਲੋ ਨੌਜਵਾਨ ਉਸ ਬੰਨੇ ਬਣ ਦੀ ਗੱਲ ਸੁਣੇਗਾ, ਨਾਲ ਜਿਮ ਜੁਆਇਨ ਕਰੇਗਾ, ਉਹ ਇਸ ਬਹਾਨੇ ਹੀ ਕੋਈ ਨਾ ਕੋਈ ਚੰਗੀ ਵਿਚਾਰ ਸਿੱਖੇਗਾ। ਜਿਨੇ ਅਸੀਂ ਗਲਤ ਕੰਮਾਂ 'ਤੇ ਪੈਸਾ ਲਾਤਾ, ਇਸ ਬੰਨੇ ਵੀ ਅਸੀਂ ਆਪਣੀ ਸੋਚ ਲਾ ਸਕਦੇ ਸੀ, ਪਰ ਸਾਡਾ ਇਸ ਬੰਨੇ ਧਿਆਨ ਹੈ ਹੀ ਨਹੀਂ।
है ही नहीं साडा ध्यान। ਇਹੋ वजह है अज मनोबल ਡੇਗਣ की कोशिश की जा रही है, जलील किया जा रहा। फिर कहता छड्डो आप चो की लेना। मैं पिछले एक दिन बोलिया सी, मैं क्या रागियां प्रचारकों की तो इंटरव्यू ली जाती है, कभी गुरुद्वारा साहब दी प्रबंधक कमेटियां च आउण लग्गियां भी कोई इंटरव्यू का कोई मापदंड है भी जिहड़ा पढ़िया लिखिया कोई ग्रंथी प्रचार रखना उहदे सिर ते जिहड़ी कमेटी बैठनी है उन्हां विचों किन्हां नूं सिख रहत मर्यादा दे बाणी बारे पता है। उत्तों लैके श्रोमणी गुरुद्वारा प्रबंधक कमेटी तो लैके आसे पासे ध्यान मार के वेख लो, इहो कुछ ही है। जिदण असीं सियाणे बन जावांगे जिंदगी साडी खूबसूरत हो जाएगी। असीं ये बड़ियां वधिया संस्थावां सी जिथे तुसीं बहाने नाल ऐतवार बहिंदे हो, गल्लां बातां करदे हो। ये जिहड़ियां गुरुद्वारा साहिब दीयां संस्थावां ने, इन्हां दा फायदा सब तो वड्डा किहड़ा? मान लो एक परिवार कोई दूजे इलाके चों आया, गुरुद्वारा जरिया बनदा, एक दूजे परिवार नाल उहदी मुलाकात हुंदी है, सांझ पैंदी है। रिश्तेदारां नालों तुहाडे इत्थे किन्ने फ्रेंड बने होणगे, किन्नियां मेरियां भैणां नूं एक दूजे नाल सांझ पई होएगी, कित्थों? गुरुद्वारे दे राहीं। ये बड़ियां प्यारियां संस्थावां सी जिथे बैठ के असीं गुरमत दी गल कर सकदे सी। तो इत्थे पातशाह जी कहंदे ने जदों तेरे कोल 4 छिल्लड़ आ जाण तूं अपनी चाल ना बदली, मन दस नाच टकाचर गांठी एंडो टेढ़ो जा। बहुत प्रताप गांव सो पाए, बड़ा प्रताप हो गया। 4 पिंडां दा तैनूं मामला आउण लग पिया, गाओ 100 पाए, 100 पिंड तेरे कोल टैक्स देण आउंदे ने, 2 लाख टका बरात, 2 लाख तेरे कोल टैक्स आउण लग पिया, तूं इलाके दा आगू बन गया। पर दिवस 4 की करो सहबी, हाँ जैसे बन हर पा ते 4 दिनां दी सहबी आ। जिवें जंगल दे पत्ते हुंदे आ ना, जैसे बन हर, वेखो किड्डी डूंगी गल कही इत्थे। इत्थे बन कहंदे जंगल नूं, बन हर पात क्यों किया? दरखत ते साडे घरां 'च भी हैगे आ। इत्थे बन हर पात तां किया जिहड़ा घर विच दरखत हुंदा ਉਹਦੇ ਨਾਲੋਂ ਕੋਈ ਟਾਹਣੀ ਟੁੱਟੇ, ਕੋਈ ਪੱਤਾ ਟੁੱਟੇ ਤੇ ਕਈ ਵਾਰੀ ਰੋਟੀ ਲਾਉਣ ਦੇ ਕੰਮ ਉਹ ਟਾਹਣੀ ਆ ਜਾਂਦੀ ਸੀ। ਪਰ ਜਿਹੜੀ ਜੰਗਲ ਵਿੱਚੋਂ ਟਾਹਣੀ ਟੁੱਟੀ ਉੱਥੇ ਤੇ ਡਰਦੇ ਕਿਸੇ ਨੇ ਜਾਣਾ ਨਹੀਂ, ਉਹ ਪਈ ਪਈ ਗਾਲ ਆ ਜਾਣੀ, ਕਿਸੇ ਦੇ ਕੰਮ ਵੀ ਨਹੀਂ ਆਉਣੀ। ਇੱਥੇ ਬਹੁਤ ਪਿਆਰੇ ਸ਼ਬਦ ਲਿਖੇ, ਜੈਸੇ ਬਨ ਹਰ ਪਾਤ ਨਾ ਕੋਊ ਲੈ ਆਇਓ ਇਹ ਧਨ ਤੇ ਨਾ ਕੋਊ ਕੋਈ ਲੈ ਕੇ ਆਇਆ, ਬੋਲੋ ਜੀ, ਤੇ ਨਾ ਕਿਸੇ ਨੇ ਲੈ ਕੇ जाना। रावण हूं ते अध छत्रपत खिनवे गए बिलात। हुण प्यारा किड्डा प्यारा बचन किया कहते भूंडी चाल चरण कर खिसरे, सच नूं टुटेगा तेरी चाल बेढंगी हो जाएगी। तुचा दे कुमलानी। एक तो उम्र के नाल बंदे दी स्किन का फर्क पैंदा, कई बारी जवानी च भी पै जांदा। किवें जदों बंदा खुशी की खबर सुनदा तुहाडा चेहरा दसदा भी अज बंदा खुश आ, तो बंदा पुठा काम करता फड़िया जाए, बेईमानी करता फड़िया जाए, रंग फिर भी दगदा करता बंदे का, फिर की आंदे रंग पीला पै गया ਉਹਦਾ एक रंग आवे, ਉਹਦਾ मतलब की भला कि अज जदों फड़िया गया अज रंग वो नहीं सी। तुचा स्किन दे कमलानी, क्यों? क्योंकि अंदरले क्या पाया जाएगा, ये भाव अर्थ ने। तुसीं कदी नोट किया ਜਦੋਂ ਬੰਦਾ ਚੰਗਾ ਕੰਮ ਕਰਦਾ ਚਾਹੁੰਦਾ ਮੇਰੀ ਮੀਡੀਆ 'ਚ ਖਬਰ ਆਵੇ, ਮੇਰੀ ਫੋਟੋ ਲੱਥੇ, ਪਰ ਜਦੋਂ ਪੁੱਠਾ ਕੰਮ ਕਰਦਾ ਫੜਿਆ ਜਾਂਦਾ ਉਹਦੇ ਫੇਸ ਤੇ ਦਾ ਕੱਪੜਾ ਕੋ ਦਿੰਦੇ ਭਲਾ, ਉਹ ਮਾੜਾ ਮੋੜ ਲਿਹਾਜ਼ ਕਰਦੇ ਉਹਦਾ ਕਿ ਕੁੜਮਾਂ 'ਚ ਫੋਟੋ ਜਾਣੀ ਆ, ਰਿਸ਼ਤੇਦਾਰਾਂ 'ਚ ਫੋਟੋ ਜਾਣੀ ਆ, ਮਾੜਾ ਮੋੜ ਤੇਰਾ ਲਿਹਾਜ਼ ਕਰਦੀ ਵੀ ਮੂੰਹ ਤੇਰਾ ਬਹੁਤੇ ਧਿਆਨ ਨਾਲ ਵੇਖ ਲੈਣਾ, ਲੋਕਾਂ ਪਛਾਣ ਤੇ ਲੈਣਾ ਹੀ ਆ, ਪਰ ਚਲੋ ਥੋੜ੍ਹਾ ਬਹੁਤਾ ਤੇਰਾ ਅਸੀਂ ਲਿਹਾਜ਼ ਕਰ। ਤੁਸੀਂ ਵੇਖਿਆ ਰਿਸ਼ਵਤ ਲੈਂਦੇ ਫੜੇ ਜਾਂਦੇ ਆ ਜਿਹੜੇ ਮੁਲਾਜ਼ਮ, ਉਹ ਫਿਰ ਇੱਦਾਂ ਕਹਿੰਦੇ ਜੀ ਇਹਨੂੰ ਦਿਓ ਮੂੰਹ ਢੱਕਣ ਲਈ, ਕਹਿੰਦਾ ਅੱਗੇ ਘਰ ਵਾਲੀ ਰੁਮਾਲ ਦੇ ਦਿੰਦੀ ਆ, ਚੇਤਾ ਭੁੱਲ ਗਿਆ ਉਹਨੂੰ, ਉਹ ਸਟਾਫ ਵਾਲੇ ਕੋਈ ਨਾ ਕੋਈ ਰੁਮਾਲ ਦਿੰਦੇ ਲਾਗਿਓਂ ਕੱਢ ਕੇ, ਉਹ ਫਿਰ ਮੂੰਹ ਢੱਕ ਦੇਦਾ। ਜੇ ਬੰਦੇ ਦੀ ਜ਼ਿਆਦਾ ਪਹੁੰਚ ਹੋਵੇ ਤਾਂ ਉਸ ਦਿਨ ਫਿਰ ਅਖਬਾਰਾਂ ਵੀ ਖਰੀਦ ਦਿੰਦਾ ਇਲਾਕੇ ਦੀਆਂ, ਵੀ ਅਖਬਾਰਾਂ ਨਾ ਜਾਣ ਸਾਡੇ ਰਿਸ਼ਤੇਦਾਰਾਂ ਦੇ ਘਰ, ਕੋਸ਼ਿਸ਼ ਕਰਦਾ। ਅਤੇ ਜਿੱਦਣ ਕੋਈ ਚੰਗੇ ਕੰਮ ਦੀ ਖਬਰ ਆਈ ਹੋਵੇ ਉਦੋਂ ਜਿਨ੍ਹਾਂ ਦੇ ਨਹੀਂ ਬਣਦੀ ਉਹਨਾਂ ਘਰ ਵੀ ਕਹਿੰਦਾ ਪੇਪਰ ਸੁੱਟ ਆਈ, ਪੈਸੇ ਲੈ ਲਈ ਮੇਰੇ ਕੋਲ, ਤਾਂ ਕਿ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਵੀ ਮੈਂ ਕੀ ਹਾਂ। ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ। ਨੇਤਰੀ ਧੁੰਦ, ਇਹ ਕਿਹੜੀ ਧੁੰਦ ਸੀ? ਇੱਕ ਤੇ ਉਮਰ ਨਾਲ ਪੈਂਦੀ ਹੈ ਨਾ, ਇੱਕ ਉੱਦਾਂ ਵੀ ਪੈ ਜਾਂਦੀ। ਕਿੱਦਾਂ? ਜਿੱਥੇ ਭਰਾ ਨੂੰ ਭਰਾ ਨਹੀਂ ਦਿਸ ਰਿਹਾ ਧੁੰਦ ਨਹੀਂ ਆ, ਜਿੱਥੇ ਰਾਜਾ ਨੂੰ ਪ੍ਰਜਾ ਨਹੀਂ ਦਿਸ ਰਹੀ ਇਹ ਧੁੰਦ ਨਹੀਂ ਆ, ਜਿੱਥੇ ਸਕੀ ਭੈਣ ਨੂੰ ਭਰਾ ਨਹੀਂ ਦਿਸਿਆ, ਪੈਸੇ ਪਿੱਛੇ ਭੈਣ ਦਾ ਕਤਲ ਕਰਤਾ, ਤੇ ਭੈਣ ਤੇ ਜੀਜੇ ਨੇ ਰਲ ਕੇ ਆਪਣਾ
घर उजाड़ लिया, सके भैन भरावां ने अपने घर तबाह कर ले। ये धुंध नहीं आ, इहो ही धुंध सी जिहड़ी गुरु नानक साहब जी बारे भाई गुरदास जी ने लिखिआ, सतगुरु नानक प्रगटिया मिट्टी धुंध। वो धुंध बाहरली नहीं सी। धुंध खतरनाक हुंदी आ, हनेरा इन्ना खतरनाक नहीं हुंदा। हनेरे नूं तां एक दो रुपए की मोमबत्ती भी दूर कर दिंदी आ, पर जिहड़ी धुंध हुंदी आ उत्थे लाइटां फेल हो जांदियां। उत्थे सूरज चढ़दा ते बस धुंध, सूरज दे अगे धुंध भजदी। फिर सूरज इत्थे गुरु नानक साहब जी की विचारधारा नूं किहा, सतगुरु नानक प्रगटिया मिट्टी धुंध। गुरु नानक साहब जी की विचारधारा सूरज की नहीं आई, तो अगे जी अज्ञानता वो धुंध की नहीं आई, भज गई, दूर हो गई। तो पातशाह जी इत्थे कहते ने, नेतरी धुंध, अखां गाड़ी अज्ञानता की धुंध आ गई। करन पै बहरे, कन्ना तो बहरा हो गया। जो बंदा सता चाहुंदा ना, सता च वो आम किसी की गल नहीं सुनता। आ तुसीं वेख्या पिछे जे एक MLA की वीडियो वायरल हुई सी, वो अपने किते मीटिंग च गल कर रहा, तो एक माई इधरों कोई काम कह रही है, पर ਉਹਦੇ ਵੱਲ ध्यान नहीं है, सता दे विच अन्ना होया पिया। तो जो वोटां ਹੁੰਦੀਆਂ उदों उन्हां दे घरां गाड़ी जाके इदां हत्थ जोड़े, फिर ट्यूबलां ते रोटी खांदे जाके, फिर जिथे नौजवान ताश खेड रहे उन्हां जाके बह जाते। तो साडे बंदे भुल जाते, कहते वेखो जी MLA साहब साडे खेतां 'च ही आ गए। वो भाई वोटां लई आए आ। गुरु नानक साहब ने किसी को वोट नहीं सी लैनी जिस दिन भाई लालो के घर जाके बैठे सी। क्योंकि गुरु नानक साहब जी की शुरू तो विचारधारा ऐसी, नीचा अंदर नीच जात, नीची हूँ अत नीच, नानक तिन के संग साथ वड्डियां स्यों गया। इस पातशाह ने प्यार किया, मुहब्बत किया, स्नेह किया सारे नाल। तो पातशाह जी इत्थे कहंदे ने, नेतरी धुंध करन पै बहरे, कन्ना तो बहरा हो गया। क्यों? जो बंदे दे सच की विचार ना सुनी, कन्ना नाल किसी दी दुख दर्द किसी दा सुनदा ही नहीं। मनमुख नाम ना जानी, जेवा रंग नहीं हर राती, सच नाल ना जुड़न करके जुबान हरी दे रंग विच नहीं रंगी। वेखो जुबान एडी भैड़ी आ, इहदे च हड्डी कोई नहीं हैगी, पर एडी नखत्ती है, हड्डियां तड़ा दिंदी बंदे दी। इस हड्डी पर हड्डियां भना दिंदी। अच्छा वेखो तुसीं वेखो, अज तक जबान तो लड़ाइयां पैंदियां, अज तक किसी की लड़ाई जबान ते सट लगी वेखी? जबान बोल के कार कोठरी जा वड़दी, अगला कसों मार के दंद तोड़ दिंदा। ते अजे कहणगे साडा जवाक हुण बोलण लग पिया, सुख ना बाणी आंदी, ना 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 ना, इहनूं बोलना थोड़ा कहिंदे आ। बोलना तो सारी जिंदगी नहीं आउंदा बंदे नूं, वो तो सिखना वा। बाबा बोली है पत होए, वो शब्द बोल जिहदे नाल तेरी इज्जत होवे। बाबा बोली है हाँ, उत्तम से दर उत्तम कही, नीच करम बह रोए। इस जुबान नाल है तो मांस का टुकड़ा ही आ, पर इहदे नाल बोलण तो पहला पुराने बजुर्ग आंदे हुंदे सी, पहला तोलो फिर बोलो। जुबान च शब्द निकलण तो पहला शब्द तुहाडे गुलाम आ, ते शब्द निकलण तो बाद फिर तुसीं शब्दां दे गुलाम हो गए। फिर जो बोलिया फिर उस हिसाब नाल तुहानूं चलना पैना। गलत बोलिया तुहानूं सॉरी भी कहना पैना। जेवा रंग नहीं हर राती, नाल नाल दर्शन करो शब्द ते पढ़ो नाल नाल। जेवा रंग नहीं हर राती, जुबान हरी दे रंग च नहीं रंगी, भाव इन्हें कोई चंगा गुण नहीं सिखे। जब बोले तब, जदों बोलदी फिक्का ही बोलदी है। जब बोले तब फीके, संत जना की निंदा व्यापस। अगे किहड़े संत जना की निंदा व्यापस जी? बाबे नानक वेले किहड़ा संत सी जिहदी निंदा की गल हो रही है इत्थे? भला इत्थे संत दा अर्थ परमेश्वर अकाल पुरख आ। संत शरण जो जन परै, सो जन उदरनहार। संत की निंदा नानका, बार बार अवतार। 13 नंबर अष्टपदी 10 श्लोक पढ़ो, ये 13 नंबर अष्टपदी 10 श्लोक है। संत शरण जो जन परै, गुरु अर्जन साहब लिखा रहे हैं, तो भाई गुरदास जी लिखी जाते हैं। तो भाई गुरदास जी पूछते ना होंगे कि महाराज अज जो मैं बाणी लिख के गया ना, तो मैनू सिख पूछते सी कि संत शरण जो जन पर है, वो किहड़ा संत आ जिहदी शरण च पैण लई सानू गुरबाणी कहंदी है? गुरु साहब दे वेले किहड़ा संत सी? उत्थे भाई जेठा, भाई पैड़ा, भाई पैरागा, भाई विधि चंद, भाई लंगाहा, सारे भाई शब्द नाल संबोधन हुंदे आ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰਿਆਂ ਸਿੱਖਾਂ ਦੇ ਨਾਲ ਕੀ ਸ਼ਬਦ, ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੌਣ ਰਿਹਾ ਭਲਾ? ਭਾਈ ਮਰਦਾਨਾ ਜੀ। ਉਹਨਾਂ ਨੂੰ ਕਦੀ ਸੰਤ ਮਰਦਾਨਾ ਕਿਹਾ ਕਿਸੇ ਨੇ? ਸੋਚ ਕੇ ਵੇਖੋ। ਅੱਛਾ, ਜਿਨ੍ਹਾਂ ਦਾ ਤਨ ਨਾਰੇ ਨਾਲ ਚੀਰਿਆ ਗਿਆ ਉਹ ਕੌਣ ਆ? ਤੁਸੀਂ ਸੰਤ ਮਤੀਦਾਸ ਕਿਉਂ ਨਹੀਂ ਕਿਹਾ? ਜਿਨ੍ਹਾਂ ਦਾ ਖੋਪਰ ਲਾਇਆ ਗਿਆ ਕੇਸਾਂ ਸਮੇਤ ਉਹ ਭਾਈ ਤਾਰੂ ਸਿੰਘ, ਉਹਨਾਂ ਨੂੰ ਵੀ ਆਪਾਂ ਭਾਈ ਤਾਰੂ ਸਿੰਘ ਕਿਹਾ। ਅੱਛਾ, ਜਿਨ੍ਹਾਂ ਦੇ ਬੰਦ ਕੱਟੇ ਗਏ ਉਹ ਭਾਈ ਮਨੀ ਸਿੰਘ। ਜਿਨ੍ਹਾਂ ਨੂੰ ਦੇਗ ਚੁਬਾਲਾ ਦਿੱਤਾ ਗਿਆ ਉਹ ਭਾਈ ਦਿਆਲਾ ਜੀ। ਜਿਨ੍ਹਾਂ ਦੇ ਬੱਚੇ ਦਾ ਦਿਲ ਕੱਢ ਕੇ ਮੂੰਹ 'ਚ ਪਾਇਆ ਗਿਆ ਉਹ ਬਾਬਾ ਬੰਦਾ ਸਿੰਘ ਬਹਾਦਰ। ਤੇ ਹੁਣ ਅਗਲੀ ਗੱਲ ਤੁਸੀਂ ਆਪੇ ਹਿਸਾਬ ਲਾ ਲਓ, ਸਾਰੀਆਂ ਮੇਰੇ ਕੋਲ ਨਾ ਬੁਲਾਓ। ਇਹ ਤੇ 7 ਮਲਾਈਆਂ ਦਾ ਦੁੱਧ ਪੀਣ ਵਾਲੇ ਬਾਗੜ ਬਿੱਲੇ ਬਾਬੇ। ਮੈਂ ਡੇਟ ਤੁਹਾਨੂੰ ਦੱਸ ਦਿੱਤੀ ਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਭਾਈ ਆ। ਇਹ ਜਿਹੜੀ ਆ ਸੰਤ ਦੀ ਪੈਦਾਇਸ਼ ਆ ਇਹ 19ਵੀਂ ਸਦੀ ਦੇ ਵਿੱਚ, ਜਦੋਂ 1905-7 ਤੋਂ ਬਾਅਦ, ਇਹ ਬਾਅਦ ਵਿੱਚ ਹੌਲੀ ਹੌਲੀ ਪੈਦਾ ਹੋਣੇ। ਸਾਰਾ ਕੁਝ ਇਹ ਕਿਰਪਾ ਹੋਈ ਗੋਰਿਆਂ ਦੀ ਆਪਣੇ ਤੇ ਬੜੀ ਵੱਡੀ। ਇਹ ਫੌਜ ਵਿੱਚੋਂ ਪੈਦਾ ਕਰਕੇ ਸਾਡੇ 'ਚ ਖਿਲਾਰਤੇ ਹੋ। ਜਦੋਂ ਸਾਕਾ ਨਨਕਾਣਾ ਵਾਪਰਦਾ ਨਾ 1921 ਦੇ ਵਿੱਚ 21 ਫਰਵਰੀ ਨੂੰ, ਆ ਜਿਹੜੀਆਂ ਹੁਣ ਜਥੇਬੰਦੀਆਂ ਸੰਤ ਸਮਾਜ ਤੁਰਿਆ ਫਿਰਦਾ, ਇਹਨਾਂ ਨੂੰ ਪੁੱਛੋ ਬਾਬਾ ਜੀ ਤੁਹਾਡਾ ਇਹਨਾਂ ਨਨਕਾਣਾ ਸਾਹਿਬ ਦੇ ਸਿੰਘਾਂ 'ਚ ਤੁਹਾਡਾ ਬੰਦਾ ਕਿਹੜਾ ਸੀ? ਇਹਨਾਂ 'ਚ ਆਪਣਾ ਇੱਕ ਅੱਧਾ ਬੰਦਾ ਸਾਨੂੰ ਦੱਸ ਦਿਓ, ਤੁਹਾਡਾ ਬੰਦਾ ਉਦੋਂ, ਇਹਦਾ ਮਤਲਬ ਉਦੋਂ ਹੈ ਨਹੀਂ ਸੀ ਨਾ ਤੁਸੀਂ। ਉਹ ਬੋਲੋ ਪਿਆਰਿਓ, ਤੁਹਾਡੇ ਵੱਲ ਕੈਮਰਾ ਹੈ ਨਹੀਂ, ਕੈਮਰੇ ਸਾਰੇ ਮੇਰੇ ਵੱਲ ਹੀ ਹੈ। ਬੋਲ ਦੋ, ਇਹਨੂੰ ਪੁੱਛੋ, ਜ਼ਰੂਰ ਪੁੱਛਿਓ ਕਿ ਬਾਬਾ ਜੀ ਜਦੋਂ ਸਾਕਾ ਨਨਕਾਣਾ ਵਾਪਰਿਆ ਸੀ ਉਦੋਂ ਤੁਹਾਡੀ ਜਥੇਬੰਦੀ ਜਾਂ ਤੁਹਾਡਾ ਜਿਹੜਾ ਡੇਰਾ ਸੀ ਉਹਦਾ ਬੰਦਾ ਇਹਨਾਂ 'ਚੋਂ ਕਿਹੜਾ ਸੀ? ਲਛਮਣ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ, ਇਹ ਬੰਦੇ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦੇ ਸੀ? ਕਿਰਤੀ ਬੰਦੇ ਸੀ ਸਾਰੇ। ਡਰ ਕੱਢੋ ਆਪਣੇ ਅੰਦਰੋਂ। ਐਦਾਂ ਖਿਲਾਰਤਾ, ਨਵਾਂ ਹੀ ਸੰਤ ਸਮਾਜ ਬਣਾ ਕੇ ਪੇਸ਼ ਕਰ ਦਿੱਤਾ। ਸਿੱਖ ਸਮਾਜ ਸੀ ਸਾਡਾ, ਵੱਖਰੀ ਕੈਟਾਗਰੀ ਖੜੀ ਕਰ ਦਿੱਤੀ। ਤੋ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਜਿਵੇਂ ਇਸ ਬੰਨੇ ਤੁਰ ਪਿਆ ਤੇ ਸ਼ਬਦ ਰਹਿ ਜਾਣਾ, ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ। ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ, ਇੱਥੇ ਸੰਤ ਦਾ ਅਰਥ ਕੀ ਹੈ? ਸੰਤ ਸ਼ਰਨ। ਕਿਹੜਾ ਸੰਤ? ਅਕਾਲ ਪੁਰਖ ਦੀ ਸ਼ਰਨ ਪੈਣ ਦੀ ਗੱਲ ਕਹਿ ਰਿਹਾ ਸਾਨੂੰ ਬਾਣੀ 'ਚ। ਭਾਗ ਹੋਆ ਗੁਰ, ਮੇਰੇ ਵੱਡੇ ਭਾਗ ਬਣ ਗਏ, ਮੈਨੂੰ ਮੇਰੇ ਗੁਰੂ ਨੇ ਸੰਤ ਮਿਲਾਤਾ। ਮਹਾਰਾਜ ਕਿਹੜਾ? ਕਹਿੰਦੇ ਪ੍ਰਭ ਅਬਨਾਸੀ ਘਰ ਮੈਂ ਪਾਇਆ। ਪ੍ਰਭੂ ਸੰਤ ਮੇਰੇ ਗੁਰੂ ਨੇ ਮੈਨੂੰ ਘਰੇ ਮਿਲਾਤਾ। ਭਾਗ ਹੋਆ ਪ੍ਰਭ ਅਬਨਾਸੀ। ਪਹਿਲਾ ਸੰਤ ਕਹਤਾ, ਅੱਗੇ ਪ੍ਰਭੂ ਕਹਿਤਾ, ਗੱਲ ਨਿਬੇੜਤੀ ਨਾ। ਯਾਨੀ ਕਿ ਪ੍ਰਭੂ ਰੂਪੀ ਸੰਤ। ਸੰਤ ਜਨਾ ਕੀ ਨਿੰਦਾ ਵਿਆਪਸ। ਹੁਣ ਸੰਤ ਦੀ ਨਿੰਦਾ ਕੀ ਆ? ਆਪਣੇ ਗੁਰੂ ਦੀ ਗੱਲ ਨੂੰ ਨਾ ਮੰਨਣਾ ਵੀ ਗੁਰੂ ਦੀ ਨਿੰਦਿਆ ਹੀ ਆ। ਜ਼ਰੂਰੀ ਨਹੀਂ ਬੰਦਾ ਬੱਚਾ ਆਪਣੇ ਪਿਓ ਦੇ ਅੱਗੇ ਬੋਲੇ ਤੇ ਪਿਓ ਦੀ ਨਿੰਦਿਆ, ਪਿਓ ਦੀਆਂ ਚੰਗੀਆਂ ਗੱਲਾਂ ਤੋਂ ਪਾਸਾ ਵਟਣਾ ਵੀ ਪਿਓ ਦੀ ਨਿੰਦਿਆ ਹੀ ਆ। ਜ਼ਰੂਰੀ ਨਹੀਂ ਆ ਮੂੰਹੋਂ ਬੋਲ ਕੇ ਨਿੰਦਿਆ ਕਰਨੀ ਹੁੰਦੀ ਆ। ਕਈ ਬੱਚੇ ਪਿਓ ਦੇ ਅੱਗੇ ਬੋਲਦੇ ਨਹੀਂ ਆ, ਪਰ ਪਿਓ ਦੀ ਚੰਗੀ ਗੱਲ ਸੁਣਦੇ ਵੀ ਨਹੀਂ, ਮੰਨਦੇ ਵੀ ਨਹੀਂ, ਇਹ ਵੀ ਨਿੰਦਿਆ ਹੀ ਆ। ਸੰਤ ਸ਼ਰਨ ਜੋ ਜਨ ਪਰੈ। ਜਿਹੜਾ ਵੀ ਸੰਤ ਅਕਾਲ ਪੁਰਖ ਦੀ ਸ਼ਰਨ 'ਚ ਪੈਂਦਾ, ਤੇ ਸੰਤ ਕਿੱਥੇ? ਉਹ ਅਕਾਲ ਪੁਰਖ ਮੇਰੇ ਅੰਦਰ ਹੀ ਆ, ਆਪਣੇ ਅੰਤਰਾਤਮਾ ਵਿੱਚ ਟਿਕਦਾ। ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਬੌਰ ਬੌਰ ਅਵਤਾਰ। ਭਾਵ ਸੰਤ ਕੀ ਨਿੰਦਾ ਕੀ ਆ? ਜਿਹੜਾ ਆਪਣੇ ਗੁਰੂ ਅਕਾਲ ਪੁਰਖ ਦੇ ਰਸਤੇ ਤੇ ਨਹੀਂ ਤੁਰਦਾ, ਉਹ ਨਿੰਦਿਆ ਕਰਦਾ, ਉਹਨੂੰ ਉਹ ਬਾਰ-ਬਾਰ ਜੰਮਣ ਮਰਨ ਦੇ ਚੱਕਰਾਂ 'ਚ, ਮਨ ਕਰਕੇ ਜੰਮਣ ਮਰਨ ਦੇ ਘੁੰਮਣ ਘੇਰੀ 'ਚ ਪਿਆ ਰਹਿੰਦਾ। ਸੰਤ ਜਨਾ ਕੀ ਨਿੰਦਾ ਵਿਆਪਸ। ਆਪਣੇ ਗੁਰੂ ਸੰਤ ਦੀ ਨਿੰਦਾ ਵਿੱਚ ਪਿਆ ਰਹਿੰਦਾ, ਭਾਵ ਗੱਲ ਨਹੀਂ ਮੰਨਦਾ। ਪਸ਼ੂ ਭਏ, ਤੇ ਉਹ ਐਸ ਮਨੁੱਖਾ ਸਰੀਰ 'ਚ ਰਹਿੰਦਿਆਂ ਹੀ ਪਸ਼ੂਆਂ ਵਾਲਾ ਸੁਭਾਅ ਲੈ ਕੇ ਤੁਰਿਆ ਫਿਰਦਾ। ਪਸ਼ੂ ਭਏ ਕਦੇ ਹੋਏ ਨਾ ਨੀਕੇ। ਉਹ ਕਦੀ ਨੀਕਾ ਬਾਣੀ ਨਹੀਂ ਪਾਉਂਦਾ। ਅੰਮ੍ਰਿਤ ਕਾ ਰਸ ਵਿਰਲੀ ਪਾਇਆ। ਕਿਸੇ ਵਿਰਲੇ ਨਹੀਂ ਇਹ ਅੰਮ੍ਰਿਤ ਦਾ ਰਸ ਪ੍ਰਾਪਤ ਕੀਤਾ। ਸਤਿਗੁਰ ਮੇਲ ਮਿਲਾਏ, ਜਿਹੜੇ ਗੁਰੂ ਦੇ ਰਾਹੀਂ ਉਸ ਸੱਚ ਨਾਲ ਮਿਲ ਪਏ। ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਸਤਿਗੁਰ ਮੇਲ ਮਿਲਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ। ਜਦੋਂ ਤੱਕ ਸ਼ਬਦ ਦਾ ਭੇਦ ਨਹੀਂ ਆਉਂਦਾ, ਤੁਸੀਂ ਸ਼ਬਦ ਨੂੰ ਪੁੱਛਦੇ ਨਹੀਂ, ਤਬ ਲਗ
ਕਾਲ ਸੰਤਾਏ। ਉਹ ਤਾਂ ਕਾਲ ਬੰਦੇ ਨੂੰ ਸਤਾਉਂਦਾ ਰਹਿੰਦਾ, ਪਰੇਸ਼ਾਨ ਕਰਦਾ ਰਹਿੰਦਾ। ਅਨ ਕੋ ਦਰ ਕਰ ਕਬੂ ਨਾ ਜਾਨਸ, ਏਕੋ ਦਰ ਸਚਿਆਰਾ। ਜਿਹਨੇ ਪ੍ਰਣ ਕਰ ਲਿਆ ਇੱਕ ਅਕਾਲ ਪੁਰਖ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਉਹ ਕਿਸੇ ਹੋਰ ਦਰ ਦੇ ਉੱਤੇ ਜਾ ਕੇ ਸਿਰ ਝੁਕਾਉਂਦਾ ਹੀ ਨਹੀਂ। ਅਨ ਕੋ ਦਰ ਘਰ ਕਬੂ ਨਾ ਜਾਨਸ, ਇੱਕ ਦਰ ਤੋਂ ਬਿਨਾਂ ਕਿਸੇ ਹੋਰ ਦਰ ਨਾਲ ਸਾਂਝ ਨਹੀਂ ਪਾਉਂਦਾ। ਏਕੋ ਦਰ ਸਚਿਆਰਾ, ਉਹ ਇੱਕੇ ਦਰ ਨੂੰ ਸੱਚਾ ਜਾਣਦਾ। ਗੁਰ ਪ੍ਰਸਾਦ ਪਰਮ ਪਦ ਪਾਇਆ, ਉਹ ਗੁਰੂ ਦੇ ਪ੍ਰਸਾਦ ਸਦਕਾ ਉਹਨੇ ਪਰਮ ਅਵਸਥਾ ਪ੍ਰਾਪਤ ਕਰ ਲਈ। ਨਾਨਕ ਕਹੇ ਵਿਚਾਰਾ, ਨਾਨਕ ਜੀ ਇਹ ਵਿਚਾਰ ਕਹਿੰਦੇ ਨੇ। ਅੰਦਲੇ ਕਿਆ ਪਾਇਆ ਜਗ ਆਏ। ਹੇ ਨੇਤਰਹੀਣ ਬੰਦੇ, ਕਿਹੜੇ ਨੇਤਰਹੀਣ? ਭਾਵ ਜਿਹਦੇ ਕੋਲ ਸੁਰਤ ਰੂਪੀ ਅੱਖਾਂ ਹੈ ਨਹੀਂ। ਅੰਦਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਸਾਧ ਸੰਗਤ ਜੀ, ਆਪ ਸਹਿਜ ਪਾਠ ਕਰੋ, ਘਰਾਂ 'ਚ ਪੋਥੀਆਂ ਰੱਖੋ, ਸੈਂਚੀਆਂ ਰੱਖੋ। ਜਿਹੜੇ ਵੀ ਤਰੀਕੇ ਨਾਲ ਤੁਸੀਂ ਭਾਵੇਂ ਇੱਕ ਅੰਕ ਰੋਜ਼ ਪੜ੍ਹੋ। ਨੌਜਵਾਨ ਵੀਰਾਂ ਨੂੰ ਬੇਨਤੀ ਆ, ਅੱਜ ਨਹੀਂ ਪੜ੍ਹ ਸਕਦੇ ਕੱਲ੍ਹ ਪੜ੍ਹ ਲਓ, ਇੱਕ ਦਿਨ ਨਹੀਂ ਪੜ੍ਹਿਆ ਗਿਆ ਦੂਜੇ ਦਿਨ ਪੜ੍ਹ ਲਓ। ਸ਼ੁਰੂਆਤ ਕਰੋ, ਬਾਣੀ ਸਮਝ ਕੇ ਪੜ੍ਹੋ, ਸਹਿਜ ਪਾਠ ਕਰੋ, ਆਪਣੇ ਘਰਾਂ ਵਿੱਚ ਚੰਗੀ ਵਿਚਾਰ ਕਰੋ, ਤਾਂ ਕਿ ਅਸੀਂ ਗੁਰਮਤਿ ਦੀ ਸੋਝੀ ਪ੍ਰਾਪਤ ਕਰ ਸਕੀਏ। ਪਿਆਰ ਅਦਬ ਸਤਿਕਾਰ ਬਜ਼ੁਰਗਾਂ ਦਾ, ਘਰਾਂ ਵਿੱਚ ਬੜੇ ਪਿਆਰ ਨਾਲ ਬਜ਼ੁਰਗਾਂ ਦਾ ਫਰਜ਼ ਬਣਦਾ ਸੀ ਆਪਣੇ ਪੁੱਤਰਾਂ ਧੀਆਂ ਨਾਲ ਕਿਵੇਂ ਸੋਹਣੇ ਸਮਾਜ ਵਿੱਚ ਰਹਿਣਾ, ਕਿਵੇਂ ਅਸੀਂ ਸੋਹਣੀ ਦੁਨੀਆ ਬਣਾਉਣੀ ਆ, ਕਿਵੇਂ ਅਸੀਂ ਚੰਗੇ ਸੰਸਕਾਰ ਲੈ ਕੇ ਆਪਣੀ ਜ਼ਿੰਦਗੀ ਜਿਉਣੀ ਆ। ਇਹ ਬਹੁਤ ਜ਼ਰੂਰੀ ਆ, ਗੁਰੂ ਕੋਲੋਂ ਸਿੱਖਣ ਦੀ ਲੋੜ ਹੈ। ਆਓ ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਜਿੰਨੇ ਵੀ ਤੁਸੀਂ ਸੇਵਾਦਾਰ, 3 ਦਿਨ ਜਿਨ੍ਹਾਂ ਪਰਿਵਾਰਾਂ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਲੰਗਰ ਬਣਾਏ, ਲੰਗਰ ਵਰਤਾਏ ਗਏ, ਜਿੰਨੇ ਵੀ ਤੁਸੀਂ ਮੇਰੇ ਵੀਰ ਭੈਣ ਭਰਾ ਲਗਾਤਾਰ 3 ਦਿਨ ਦੀਵਾਨਾਂ ਵਿੱਚ ਹਾਜ਼ਰੀ ਭਰੀ ਹੈ, ਮਾਲਕ ਦੇ ਗੜੀ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ। ਸਾਡੇ ਘਰਾਂ 'ਚ ਪਿਆਰ ਇਤਫਾਕ ਆਵੇ, ਅਸੀਂ ਆਪਣੇ ਘਰਾਂ 'ਚੋਂ ਮਨਮਤ ਹੂੰਝ ਕੇ ਬਾਹਰ ਕਰੀਏ ਤੇ ਗੁਰਮਤ ਨੂੰ ਥਾਂ ਦਈਏ। ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਰਿਆਂ ਦਾ ਧੰਨਵਾਦ। ਇੱਥੋਂ ਦੇ ਸਤਿਕਾਰਯੋਗ ਭਾਈ ਸਾਹਿਬ ਗ੍ਰੰਥੀ ਸਾਹਿਬਾਨ, ਜਿੰਨੇ ਤੁਸੀਂ ਸੇਵਾਦਾਰ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ, ਸਾਰਿਆਂ ਦਾ ਧੰਨਵਾਦ। ਸਾਡੇ ਵੀਰ ਸਤਿਕਾਰਯੋਗ ਸਾਰਾ ਭਾਜੀ, ਜਿਨ੍ਹਾਂ ਨੇ ਲਗਾਤਾਰ 3 ਦਿਨ ਇਹ ਸਾਰੇ ਲਾਈਵ ਸਮਾਗਮ ਦੁਨੀਆ ਦੇ ਵੱਖ-ਵੱਖ ਕੋਨਿਆਂ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਹੈ, ਉਹਨਾਂ ਦਾ ਵੀ ਧੰਨਵਾਦ ਕਿ ਜੋ ਲਗਾਤਾਰ ਇਹ ਸਾਰੇ ਸਮਾਗਮਾਂ ਨੂੰ ਕਵਰ ਕਰ ਰਹੇ ਨੇ। ਤਾਂ ਇਹ ਵੀ ਕਿਉਂਕਿ ਇੱਕ ਟੀਮ ਹੁੰਦੀ ਹੈ ਕਿ ਜਿਹੜੀ ਆਪਾਂ ਵਿਚਾਰੇ ਇੱਥੇ ਕਰ ਰਹੇ ਹਾਂ, ਸਿਰਫ ਤੁਸੀਂ ਨਹੀਂ ਸੁਣ ਰਹੇ, ਪਤਾ ਨਹੀਂ ਕਿੱਥੇ ਕਿੱਥੇ TV ਚੈਨਲਾਂ ਤੱਕ ਇਹ ਗੱਲ ਜਾ ਰਹੀ ਹੈ। ਆਓ ਅਸੀਂ ਲਾਭ ਪ੍ਰਾਪਤ ਕਰੀਏ, ਆਪਣੇ ਘਰਾਂ 'ਚ ਬਾਣੀ ਪੜ੍ਹੀਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦਾ ਯਤਨ ਕਰੀਏ, ਗੁਰੂ ਦਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ। ਸਹਿਜ ਪਾਠ ਕਰੋ, ਇਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਭਾਵੇਂ ਇੱਕ ਅੰਕ ਅਰਥਾਂ ਸਹਿਤ ਪੜ੍ਹੋ, ਅੱਧਾ ਪੜ੍ਹ ਲਓ, ਇੱਕ ਸ਼ਬਦ ਰੋਜ਼। ਸੈਂਚੀਆਂ ਜਿਵੇਂ ਭਾਈ ਸਾਹਿਬ ਹੁਣੀ ਦੱਸ ਰਹੇ ਵੀ ਸੈਂਚੀਆਂ ਇੱਥੇ ਪਈਆਂ ਨੇ, ਬਹੁਤ ਸੈਂਚੀਆਂ ਪਈਆਂ ਵਾ, ਲੈ ਕੇ ਜਾਓ ਜ਼ਰੂਰ, ਪੜ੍ਹੋ, ਘਰਾਂ 'ਚ ਆਪਣਾ ਝਾਕਾ ਲਾਓ, ਆਪਣੇ ਮਨਾਂ ਵਿੱਚੋਂ ਇਹ ਵਹਿਮ ਬਾਹਰ ਕੱਢ ਦਿਓ। ਤੇ ਕਿਉਂਕਿ ਸਾਡੇ ਇੱਧਰ ਇੱਕ ਡਰ ਪਾਇਆ ਹੋਇਆ ਕਿ ਜੇ ਤੁਸੀਂ ਬਾਣੀ ਪੜ੍ਹੀ ਤੁਹਾਨੂੰ ਪਾਪ ਲੱਗ ਜਾਏਗਾ। ਤੇ ਉਹ ਇਹ ਡਰ ਆਪਣੇ ਅੰਦਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ, ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ, ਚੰਗੇ ਸੰਸਕਾਰ ਜਿਹੜੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ। ਇਤਿਹਾਸ, ਜਦੋਂ ਪੰਜਾਬ ਤੋਂ ਕੋਈ ਬੰਦਾ ਆਉਂਦਾ ਇੱਥੇ ਆਪਣੇ ਘਰਾਂ 'ਚ ਸੋਹਣੀਆਂ ਕਿਤਾਬਾਂ, ਲਾਇਬ੍ਰੇਰੀ, ਵੇਖੋ ਕ੍ਰਿਸਚਨ ਕਿੱਦਾਂ ਪ੍ਰਚਾਰ ਕਰਦੇ ਆ। ਤੁਸੀਂ ਨਹੀਂ ਵੀ ਪੜ੍ਹਦੇ, ਤੁਹਾਨੂੰ ਲਿਟਰੇਚਰ ਦੇ ਕੇ ਜਾਂਦੇ ਵੀ ਤੁਹਾਡੇ ਘਰ ਪਿਆ ਹੋਏਗਾ, ਆਪੇ ਤੁਸੀਂ ਨਹੀਂ ਪੜ੍ਹੋਗੇ, ਤੁਹਾਡੇ ਗਾਂ ਬੱਚੇ ਪੜ੍ਹਨਗੇ, ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਆਊਗਾ ਵੀ ਸਾਡਾ ਦਾਦਾ ਪੜ੍ਹਦਾ ਹੁੰਦਾ ਸੀ, ਪੜਦਾਦਾ ਪੜ੍ਹਦਾ ਹੁੰਦਾ ਸੀ। ਤੇ ਸਾਡਾ ਪੁੱਠਾ ਰਿਵਾਜ ਆ, ਸਾਡੇ ਜੇ ਘਰ 'ਚ ਕੋਈ ਪੋਥੀ ਪਈ ਵੀ ਹੋਵੇ ਨਾ, ਦਾਦਾ ਨਾਨਾ ਕੋਈ ਪਾਠ ਕਰਦਾ ਹੋਵੇ ਤੇ ਉਹਦੇ ਚੜ੍ਹਾਈ ਕਰਨ ਦੀ ਦੇਰ ਆ, ਪੋਥੀ ਨੂੰ ਵਲੇਟ ਕੇ ਗੁਰਦੁਆਰੇ ਛੱਡ ਜਾਂਦੇ ਆ। ਉਹ ਤੇ ਗ੍ਰੰਥੀ ਚੰਗਾ, ਨਹੀਂ ਤੇ ਗਾੜੀਆਂ ਕਵੇ ਵੀ ਜਿਹੜੀ ਪਾਪਾ ਜੀ ਦੀ ਜ਼ਮੀਨ ਉਹ ਵੀ ਲਿਖਾ ਦਿਓ, ਉਹ ਵੀ 15 ਕਿੱਲੇ ਮੇਰੇ ਨਾਲ ਕਰਾ ਦਿਓ, ਵੀ ਪੋਥੀ ਮੈਨੂੰ ਦੇ ਚਲੇ ਜੇ। ਉਹ ਬੋਲੋ ਭਾਈ, ਬਜ਼ੁਰਗਾਂ ਨੂੰ ਬੇਨਤੀ, ਲਿਖ ਕੇ ਜਾਇਓ ਇੱਕ ਇੱਦਾਂ ਦਾ ਪੇਪਰ ਵੀ ਜੇ ਪੋਥੀ ਗੁਰਦੁਆਰੇ ਦੇ ਕੇ ਆਉਣੀ ਤਾਂ ਜ਼ਮੀਨ ਵੀ। ਹੁਣ ਕਿਤੇ ਪੁੱਠੀ ਮੱਤ ਨਾ ਲੈ ਲਿਓ, ਡੇਰੇ ਨਾ ਦੇ ਆਓ। ਮੈਂ ਤਾਂ ਉੱਦਾਂ ਗੱਲ ਕਰ ਰਿਹਾ ਵਾਂ ਕਿ ਗੁਰੂ ਦੀ ਬਾਣੀ ਵਾਲੇ ਬੰਨੇ ਅਸੀਂ ਧਿਆਨ ਦੇਈਏ, ਗੁਰੂ ਦਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਉਸਾਈਏ। ਜਿਉਂਦੇ ਜੀ, ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ, ਜਿਉਂਦੇ ਜੀ ਵੱਡਿਆਂ ਦਾ ਸਤਿਕਾਰ ਕਰੋ। ਅੜਾ ਮਗਰੋਂ ਰਜਾਈਆਂ, ਤਲਾਈਆਂ, ਕੌਲੀਆਂ, ਚਿਮਚੇ, ਸਰਾਣੇ, ਗਲਾਸ, ਆ ਭਾਂਡੇ ਬਣ ਕੇ ਨਾ ਪੰਡਾਂ ਅੱਗੇ ਰੱਖਣਗੇ। ਜਿਉਂਦਿਆਂ ਵਧੀਆ ਗਲਾਸ ਹੋਵੇ, ਵਧੀਆ ਕਵਲੀ ਹੋਵੇ, ਵਧੀਆ ਬਿਸਤਰਾ ਹੋਵੇ। ਇਹ ਮੈਂ ਹਰ ਜਗ੍ਹਾ ਕਹਿੰਦਾ ਹੁੰਨਾ। ਤੇ ਕਈ ਸਾਡੇ ਡਰਾਉਣਗੇ, ਜਿਹੜੇ ਬੈੱਡ ਤੇ ਪਾਪਾ ਜੀ ਦੀ ਕਿਤੇ ਡੈਥ ਹੋਈ ਹੋਵੇ ਨਾ, ਉਹ ਕਹਿਣਗੇ ਲਾਗੀ ਨੂੰ ਦੇ ਦਿਓ, ਇਹਦੀ ਘਰ ਰੱਖਣਾ, ਪਾਪਾ ਜੀ ਭੂਤ ਬਣ ਕੇ ਨਾ ਚਿੰਬਣ। ਜੇ ਪਾਪਾ ਜੀ ਨੇ ਕਿਤੇ
ਵਧੀਆ ਘੜੀ ਪਾਈ ਹੋਵੇ ਨਾ 500-700 ਡਾਲਰ ਦੀ, ਉਹ ਲਾ ਲੈਂਦੇ ਆ। ਅੱਛਾ, ਜੇ ਇੱਦਾਂ ਡੈਥ ਹੋਣ ਨਾਲ ਹੀ ਚੀਜ਼ਾਂ ਪਵਿੱਤਰ ਹੁੰਦੀਆਂ ਤੇ ਫਿਰ ਮੈਨੂੰ ਇਹ ਗੱਲ ਦਾ ਜਵਾਬ ਦਿਓ, ਜਿਹੜੀ ਕੁੜਮਾ ਨੇ ਮੰਨ ਲਓ ਸ਼ਾਹ ਮੁੰਦਰੀ ਪਾਈ ਸੀ, ਉਹ ਦਬਦਾ ਖਿੱਚੀ ਜਾਂਦੇ, ਨਾਲੇ ਰੋਈ ਜਾਂਦੇ, ਆਏ ਪਾਪਾ ਤੇਰੇ ਬਿਨਾਂ ਜੀ ਨਹੀਂ ਲੱਗਣਾ, ਨਾਲੇ ਠਾਂ ਠਾਂ ਖਿੱਚੀ ਜਾਂਦੀ ਹੈ। ਉਹ ਅਜੇ ਪਾਪਾ ਜੀ ਦਾ ਸਾਹ ਚੱਲ ਰਿਹਾ ਮਾੜਾ ਮਾੜਾ, ਉਹ ਲੜਾਈ ਪਈ ਆਉਂਦੇ, ਲੈ ਕੜਾ ਤੁਸੀਂ ਲਿਆ, ਮੁੰਦਰੀ ਸਾਡੀ ਜੇ। ਇਹਨਾਂ ਗੱਲਾਂ ਤੇ ਅਸੀਂ ਲੜਾਈ ਪਏ ਨੇ। ਮਹਿੰਗੀਆਂ ਚੀਜ਼ਾਂ ਕਦੀ ਅਪਵਿੱਤਰ ਨਹੀਂ ਹੁੰਦੀਆਂ, ਇੱਕ ਚੀਜ਼ ਦਾ ਚੇਤਾ ਰੱਖਿਓ। ਅੱਜ ਤੱਕ ਦੇਸੀ ਪਾਣੀ 'ਚ ਮੱਖੀ ਪੈ ਜਾਏ ਡੋਲ ਦੇਈਦਾ, ਦੇਸੀ ਘਿਓ 4 ਚਮਚੇ ਹੋਵੇ, ਮੱਖੀ ਪਈ ਵੀ ਹੋਵੇ ਨਾ, ਕੱਢ ਕੇ ਕਹਿਣਗੇ ਲੈ ਸੁੱਚਾ ਹੀ ਹੁੰਦਾ। ਇੱਥੇ ਤਾਂ ਚਲੋ ਇੱਥੇ ਰਿਵਾਜ ਹੈ ਨਹੀਂ, ਤੇ ਘੱਟ ਅਸੀਂ ਇੱਥੇ ਵੀ ਨਾ ਗੁਜ਼ਾਰੀਏ। ਪੰਜਾਬ ਜਦੋਂ ਇੰਡੀਆ ਦੇ ਵਿੱਚ ਟਰੱਕ ਬਣਦੇ, ਉਹਦੇ ਮਗਰ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਆਟੋ ਦੇ ਮਗਰ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਉੱਥੇ ਵੀ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹਦੇ ਮਗਰ ਨਹੀਂ ਲਿਖਿਆ। ਹੁਣ ਮਰਸਡੀ, BM, ਆਡੀ, ਉਹਨਾਂ 'ਚ ਕੋਈ ਨਿੰਬੂ ਮਿਰਚਾਂ ਟੰਗਦਾ ਵੇਖਿਆ? ਨਜ਼ਰ ਤਾਂ ਲੱਗਣੀ ਚਾਹੀਦੀ ਮਹਿੰਗੀ ਗੱਡੀ ਨੂੰ। ਸਸਤੀ ਵੱਲ ਤੇ ਵੇਖਣ ਨੂੰ ਵੈਸੇ ਵੀ ਜੀ ਨਹੀਂ ਕਰਦਾ ਕਿਸੇ ਦਾ, ਪਰ ਨਿੰਬੂ ਮਿਰਚਾਂ ਵੀ ਉਹ ਟੰਗੀ ਜਾਂਦਾ ਜਿਹੜੀ ਪਹਿਲਾਂ ਸਸਤੀ ਹੈ। ਇੱਥੇ ਤੁਸੀਂ ਵੇਖੋ, ਤੁਹਾਡੇ ਟਰੱਕ ਚੱਲਦੇ ਆ ਨਾ, ਸਾਰਿਆਂ ਦੇ ਵੇਖ, ਤੁਸੀਂ ਟਰੱਕ ਵੇਖਦੇ ਜੇ, ਇੱਥੇ ਕੋਈ ਨਿੰਬੂ ਮਿਰਚਾਂ ਨਹੀਂ ਟੰਗਦਾ, ਇੱਥੇ ਕੋਈ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਨਹੀਂ ਲਿਖਦਾ। ਮੈਂ ਪਹਿਲਾਂ ਕਹਿੰਦਾ ਵੀ ਇਹਦਾ ਮਤਲਬ ਇੱਥੇ ਨਜ਼ਰ ਹੈ ਨਹੀਂ, ਆਏ ਤੇ ਆਪਾਂ ਉੱਥੋਂ ਹੀ ਆ। ਉੱਥੇ ਸਾਡੇ ਦਿਮਾਗ 'ਚ ਇੱਦਾਂ ਹੁੰਦਾ, ਗੱਡੀ ਲੈਣ ਤੇ ਮਗਰੋਂ, ਰੋਡ 'ਤੇ ਮਗਰੋਂ ਚੜਾਉਣੀ ਆ, ਪਹਿਲਾਂ ਲਿਖ ਦੇਣਾ। ਇੱਕ ਦਿਨ ਇੱਕ ਭੈਣ ਮੈਨੂੰ ਕਹਿੰਦੀ ਵੀਰ ਜੀ ਮੈਂ ਹੁਣ ਸੰਡੇ ਆਪਣਾ ਬੱਚਾ ਗੁਰਦੁਆਰੇ ਲੈ ਕੇ ਨਹੀਂ ਜਾਂਦੀ। ਮੈਂ ਕਿਹਾ ਕਿਉਂ? ਕਹਿੰਦੀ ਇੱਕ ਦਿਨ ਮੈਂ ਲੈ ਕੇ ਚਲੇ ਗਈ, ਉਹ ਘਰ ਆਣ ਕੇ ਰੋਵੇ ਬੜਾ। ਮੇਰੀ ਸੱਸ ਕਹਿੰਦੀ ਲੈ ਤੂੰ ਗੁਰਦੁਆਰੇ ਲੈ ਗਈ, ਉਹਨੂੰ ਕਿਸੇ ਨੇ ਨਜ਼ਰ ਲਾਤੀ ਉੱਥੇ। ਤੁਸੀਂ ਕਾਰਨ ਲੱਭਿਆ? ਮੇਰੀਆਂ ਭੈਣਾਂ ਬੈਠੀਆਂ, ਬੱਚਾ ਰੋਂਦਾ ਕਿਉਂ ਸੀ? ਉਹਦਾ ਕਾਰਨ ਹੁਣ ਤੁਸੀਂ ਆਪਣੇ ਘਰ 'ਚ ਬੈਠੇ ਜੇ, ਬੱਚਾ ਤੁਹਾਡੇ ਹੱਥਾਂ 'ਚ ਆ, ਤੁਹਾਡੇ ਹੱਥ ਸਖਤ ਵਾ, ਬੱਚੇ ਦੀਆਂ ਹੱਡੀਆਂ ਕੂਲੀਆਂ ਨੇ। ਹੁਣ ਗੁਰਦੁਆਰੇ ਆਇਆ, 2-4 ਭੈਣਾਂ ਨੇ ਚੁੱਕਿਆ, ਉਹਦੀਆਂ ਹੱਡੀਆਂ ਮੁਲਾਇਮ ਆ, ਉਹ ਥੱਕ ਗਿਆ। ਹੁਣ ਤੁਹਾਨੂੰ ਰੋ ਕੇ ਦੱਸੂਗਾ ਨਾ ਵੀ ਮੈਂ ਥੱਕ ਗਿਆ, ਤੇ ਸਾਡਾ ਕਹਿਣਾ ਲੈ ਵੇਖਿਆ ਅੱਜ ਉੱਥੇ ਗੁਰਦੁਆਰੇ ਖੜਿਆ, ਬੀਬੀਆਂ ਨੇ ਸਾਡੇ ਜਵਾਕ ਨੂੰ ਨਜ਼ਰ ਲਾ ਦਿੱਤੀ। ਹੁਣ ਤੁਸੀਂ ਥੱਕੇ ਹੋਗੇ, ਤੁਸੀਂ ਤੇ ਇਹ ਕਹੋਗੇ ਭਾਈ ਕੋਸਾ ਪਾਣੀ ਲੈ ਆਓ, ਕੋਈ ਪਾਣੀ ਪੈਰ ਪਾ ਲਈਏ। ਜਵਾਕ ਕਿੱਦਾਂ ਦੱਸੋ ਤੁਹਾਨੂੰ? ਇਹਨਾਂ ਚੀਜ਼ਾਂ ਪਿੱਛੇ ਰੀਜਨ ਸੀ ਕੋਈ ਪੁਰਾਣਾ ਸਮਾਂ ਹੋਣਾ। ਸ਼ਾਮਾਂ ਪੈਣੀਆਂ ਕਹਿੰਦੇ ਪੈਂਤ ਨਾ ਕੱਸਿਓ, ਨਹੀਂ ਤਾਂ ਤੇਰੇ ਘਰ ਕੁੜੀਆਂ ਹੋਣਗੀਆਂ ਹੀ। ਆ ਮੰਜੇ ਦੀ ਪੈਂਤ ਕੱਸਣੀ ਨਾ ਕਿਸੇ ਨੇ, ਉਹਨੂੰ ਵਹਿਮ ਪਾ ਦੇਣਾ ਬਜ਼ੁਰਗਾਂ ਨੇ, ਉਹ ਕਾਕਾ ਪੈਂਤ ਨਾ ਕੱਸੀ, ਤੇਰੇ ਘਰ ਕੁੜੀਆਂ ਹੋਣੀਆਂ। ਮਤਲਬ ਇਹ ਹੁੰਦਾ ਵੀ ਪੈਂਤ ਇੱਕੋ ਆ, ਮੰਜਾ ਇੱਕੋ ਆ, ਸ਼ਾਮੀ ਟੁੱਟ ਗਈ ਤੇ ਸੌਣਾ ਕਿੱਥੇ ਰਾਤ ਨੂੰ? ਉਹ ਡਰ ਪਾਤਾ ਵੀ ਕੁੜੀਆਂ ਹੋਣਗੀਆਂ। ਜੇ ਕਹਿੰਦੇ ਨਾ ਪੈਂਤ ਕੱਸਣਾ ਮੁੰਡਾ ਹੋਣਾ, ਸਾਰਿਆਂ ਪੈਂਦਾ ਕੱਸਣ ਲੱਗ ਪੈਣਾ। ਉਹ ਡਰ ਵੀ ਉਹ ਪਾਉਂਦੇ ਜੇ ਤੁਸੀਂ ਪਹਿਲਾਂ ਬੋਲੋ ਭਾਈ ਡਰੇ ਹੋਏ ਆ। ਇਹ ਜਿੰਨੇ ਵੀ ਆ ਵਹਿਮ ਆ ਨਾ, ਇਹ ਇਹਨਾਂ ਦੇ ਪਿੱਛੇ ਸ਼ੁਰੂਆਤ ਇੱਥੋਂ ਹੋਈ ਸੀ। ਹੁਣ ਜਿਹੜਾ ਛੋਟਾ ਬੱਚਾ ਕਹਿਣਾ ਤੇ ਉੱਤੋਂ ਦੀ ਨਾ ਲੰਘੋ, ਇਹਦੀ ਹਾਈਟ ਛੋਟੀ ਰਹਿ ਜੂ, ਡਰ ਪਾਤਾ। ਪਤਾ ਕਿਉਂ? ਵੀ ਬੱਚਾ ਜਵਾਕ ਆ, ਜੇ ਉੱਤੋਂ ਦੀ ਲੰਘੋਗੇ, ਜੇ ਤੁਸੀਂ ਡਿੱਗ ਪਏ, ਉਹਦੇ ਹੱਡ ਕੂਲੇ ਆ, ਟੁੱਟ ਜਾਣਗੇ। ਬਜ਼ੁਰਗਾਂ ਨੇ ਉਹਦੇ ਪਿੱਛੇ ਕੋਈ ਚੀਜ਼ ਦਾ ਲੌਜਿਕ ਸੀ, ਪਰ ਅਸੀਂ ਉਹ ਚੀਜ਼ਾਂ ਨੂੰ ਕਹਤਾ ਇਹਦੇ ਉੱਤੋਂ ਦੀ ਨਾ ਲੰਘੀ, ਤੇਰੀ ਹਾਈਟ ਛੋਟੀ ਰਹਿ ਜੂ। ਬਸ ਆਹ ਚੀਜ਼ਾਂ ਸਾਡੇ ਦਿਮਾਗ 'ਚ ਬਹਿ ਗਈਆਂ। ਆਓ ਵਹਿਮ ਭਰਮ ਪਖੰਡ ਕੱਢੋ, ਬਾਣੀ ਖੁਦ ਪੜ੍ਹੋ, ਸਹਿਜ ਪਾਠ ਕਰੋ, ਜਾਦੂ ਟੂਣੇ ਮੰਤਰ ਤੰਤਰ ਇਹਨਾਂ ਸਭ ਦਾ ਖਹਿੜਾ ਛੱਡ ਕੇ ਗੁਰਬਾਣੀ ਦਾ ਸਹਿਜ ਪਾਠ ਖੁਦ ਆਪ ਕਰੋ। ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਸਾਰਿਆਂ ਦਾ ਧੰਨਵਾਦ। ਭੁੱਲਾਂ ਮੇਰੀਆਂ, ਬਚਨ ਗੁਰੂ ਦੇ ਜਾਣ ਕੇ ਹਿਰਦੇ 'ਚ ਵਸਾਇਓ। ਫਿਰ ਕਿਤੇ ਸਮਾਂ ਬਣਿਆ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।